ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਗੋਬਿੰਦ ਸੁਮਤ ਪਰਕਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਨਾਸਨ ਸੋਏ ਦੋਹਰਾ ਸੁਨ ਕਲ ਕੀ ਤਰ ਕੇ ਬਚਨ ਖੁਸ਼ੀ ਪਿਓ ਮਨ ਮਾਹੀ ਜਿਤ ਇੱਛਾ ਤਿਤ ਕੋ ਗਿਓ ਗੁਰ ਦਰਸ਼ਨ ਕੋ ਚਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਇੱਕ ਫਕੀਰ ਆਇਆ ਜਿਸ ਦੇ ਸਰੀਰ ਤੇ ਸਵਾਹ ਮਲੀ ਹੋਈ ਆ ਔਰ ਸਤਿਗੁਰਾਂ ਦੇ ਕੋਲ ਲਿਆ ਕਰਕੇ ਗੁਲਦਸਤਾ ਭੇਟ ਕਰਦਾ ਹੈ ਤੇ ਨਾਲ ਹੀ ਇੱਕ ਸੁਨੇਹਾ ਦਿੰਦਾ ਹੈ ਕਿ ਮਹਾਰਾਜ ਇੱਕ ਦਿਨ ਮੈਂ ਦਰਿਆ ਵਿੱਚ ਇਸ਼ਨਾਨ ਕਰਨ ਵੜਿਆ ਤੇ ਅੱਗੋਂ ਦਰਿਆ ਵਿੱਚ ਇੱਕ ਪੁਰਖ ਮਿਲਿਆ ਤੇ ਉਹ ਮੈਨੂੰ ਅੱਗੇ ਲੈ ਗਿਆ ਤੇ ਉਹਨੇ ਸੁਨੇਹਾ ਦਿੱਤਾ ਬਈ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਸੁਨੇਹਾ ਦੇ ਦਿਓ ਤੁਹਾਡਾ 9 ਕਰੋੜ 55 ਲੱਖ ਰੁਪਈਆ ਮੇਰੀ ਇੱਕ ਇਸਤਰੀ ਕੋਲ ਪਿਆ ਤੇ 10 ਕਰੋੜ 70 ਲੱਖ ਰੁਪਈਆ ਦੂਜੀ ਇਸਤਰੀ ਕੋਲ ਪਿਆ। ਇਹ ਮੈਂ ਤੁਹਾਨੂੰ ਸੁਨੇਹਾ ਦੇਤਾ ਪਰ ਮੈਨੂੰ ਇਹਦੀ ਸਮਝ ਨਹੀਂ ਆਈ ਵੀ ਇਹ ਕੀ ਸੁਨੇਹਾ ਹੈ ਮਹਾਰਾਜ ਦੱਸਣਾ ਕਰੋ। ਬਾਦਸ਼ਾਹ ਕਹਿੰਦੇ ਅਸਲ ਵਿੱਚ ਉਹ ਦਰਿਆ ਜਿਹੜਾ ਸੀ ਉਹ ਪੁਰਖ ਸੀਗਾ ਸਤਲੁਜ ਤੇ ਗੋਦਾਵਰੀ ਇਹ ਦੋ ਉਹਦੀਆਂ ਇਸਤਰੀਆਂ ਹਨ। ਇਹਨਾਂ ਦੋਹਾਂ ਦਰਿਆਵਾਂ ਦੇ ਵਿੱਚ ਅਸੀਂ ਜਿਹੜਾ ਹੈ ਖਜ਼ਾਨਾ ਰੱਖਿਆ ਹੋਇਆ। ਜਿਵੇਂ ਆਪਾਂ ਪਿਛਲੇ ਦਿਨੀ ਸਰਵਣ ਕੀਤਾ ਕਿ ਸਤਿਗੁਰ ਨੇ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਉੱਥੇ ਜਿੰਨਾ ਹੀਰੇ ਜਵਾਹਰਾਤ ਸੋਨਾ ਚਾਂਦੀ ਖਜ਼ਾਨਾ ਸੀ ਸਾਰਾ ਸਤਲੁਜ ਦਰਿਆ ਵਿੱਚ ਇੱਕ ਟੋਹਾ ਪੱਟ ਕੇ ਉਹਦੇ ਵਿੱਚ ਪਾਉਣਾ ਸ਼ੁਰੂ ਕੀਤਾ ਤੇ ਰਾਤ ਨੂੰ ਆ ਕੇ ਪਹਾੜੀਆਂ ਨੇ ਲੱਭਣਾ ਚਾਹਿਆ ਪਰ ਕਿਸੇ ਨੂੰ ਲੱਭਿਆ ਨਹੀਂ। ਭਾਵ ਥੱਲੇ ਸੰਭਾਲ ਲਿਆ ਉਸਨੇ। ਟੋਹਾ ਤਾਂ ਇੱਕ ਬਹਾਨਾ ਸੀਗਾ ਵੀ ਟੋਹੇ 'ਚ ਪਾਇਆ ਪਰ ਅੰਦਰ ਵਿੱਚ ਉਹ ਚਲਿਆ ਗਿਆ। ਤੇ ਮਹਾਰਾਜ ਜੀ ਉਹ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਦਿਓ ਕਿ ਆਪਣਾ ਖਜ਼ਾਨਾ ਜਦੋਂ ਚਾਹੋ ਜਿੱਥੇ ਚਾਹੋ ਜੀ ਚਾਹੇ ਮੈਥੋਂ ਲੈ ਲਓ। ਤੇ ਬਾਦਸ਼ਾਹ ਕਹਿਣ ਲੱਗੇ ਭਲਾ ਜੀ ਜ਼ਰੂਰ ਇਹ ਖਜ਼ਾਨਾ ਲਵਾਂਗੇ ਪਰ ਜਦੋਂ ਸਾਡਾ ਖਾਲਸਾ ਪੰਥ ਤਕੜਾ ਹੋ ਗਿਆ ਸਾਰੀ ਧਰਤੀ ਤੇ ਰਾਜ ਇਸ ਨੂੰ ਦੇਣਾ ਹੈ ਫਿਰ ਇਹ ਖਜ਼ਾਨਾ ਤੇ ਧਰਤੀ ਸਾਰੀ ਉਸ ਨੂੰ ਲੈ ਕੇ ਦੇਣੀ ਹੈ ਉਸ ਵਾਸਤੇ ਰੱਖਿਆ ਹੈ। ਇੰਨੀਆਂ ਵਿਚਾਰਾਂ ਕਰਕੇ ਫਕੀਰ ਫਿਰ ਨਮਸਕਾਰ ਕਰਕੇ ਚਲਿਆ ਗਿਆ। ਸਤਿਗੁਰੂ ਪਾਤਸ਼ਾਹ ਜੀ ਨੇ ਦੀਵਾਨਾਂ ਦੀ ਸਮਾਪਤੀ ਕਰ ਦਿੱਤੀ। ਸਤਿਗੁਰੂ ਆਪਣੇ ਮਹਿਲਾਂ ਵਿੱਚ ਚਲੇ ਗਏ ਆਰਾਮ ਕਰਦੇ ਹੈ। ਦੂਸਰੇ ਦਿਨ ਦੇ ਦੀਵਾਨਾਂ ਵਿੱਚ ਕੀ ਘਟਨਾ ਘਟਦੀ ਹੈ ਕੀ ਕੌਤਕ ਹੁੰਦੇ ਆ ਇਹ ਆਪਾਂ ਹੁਣ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ
ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੁਣ ਕਲ ਕੀ ਤਰ ਕੇ ਬਚਨ ਖੁਸ਼ੀ ਪਿਓ ਮਨ ਮਾਹੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੀ ਗੱਲ ਦਾ ਨਿਰਣਾ ਕਰ ਦਿੱਤਾ ਤੇ ਕਹਿੰਦੇ ਉਹ ਫਕੀਰ ਬੜਾ ਖੁਸ਼ ਹੋਇਆ ਜੀ। ਜਿਤੇ ਇੱਛਾ ਤਿਤ ਕੋ ਗਿਓ ਗੁਰ ਦਰਸ਼ਨ ਕੋ ਚਾਹੇ। ਗੁਰੂ ਦੇ ਦਰਸ਼ਨਾਂ ਦੀ ਇੱਛਾ ਰੱਖਣ ਵਾਲਾ ਇਹ ਫਕੀਰ ਫਿਰ ਆਗਿਆ ਲੈ ਕੇ ਜਿੱਧਰ ਮਨ ਕੀਤਾ ਚਲਿਆ ਗਿਆ ਜੀ। ਸੁਪਤੇ ਨਿਸਮੇ ਸਤਿਗੁਰੂ ਮਨ ਭਾਵਤ ਕਰ ਖਾਨ। ਤਾਂ ਸ਼ਾਮਾਂ ਹੋ ਗਈਆਂ, ਦੀਵਾਨਾਂ ਦੀ ਸਮਾਪਤੀ ਹੋਈ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਮਹਿਲਾਂ ਵਿੱਚ ਆ ਗਏ ਔਰ ਲੋੜ ਮੁਤਾਬਕ ਰੁਚੀ ਮੁਤਾਬਕ ਭੋਜਨ ਛਕਿਆ ਅਤੇ ਆਰਾਮ ਕਰਨ ਲੱਗੇ ਜੀ। ਅੰਮ੍ਰਿਤ ਵੇਲਾ ਮੈਂ ਉਠੇ ਕੀਨੋ ਸੋਚ ਇਸ਼ਨਾਨ। ਦੂਸਰਾ ਦਿਨ ਚੜਿਆ, ਅੰਮ੍ਰਿਤ ਵੇਲਾ ਹੋਇਆ, ਉੱਠੇ ਇਸ਼ਨਾਨ ਆਦਿ ਕਰਨਾ ਕੀਤਾ ਹੈ। ਵਸਤਰ ਸ਼ਸਤਰ ਕੋ ਪਹਿਨ ਕਰਕੇ ਸੁੰਦਰ ਅੰਗ ਵਿਭੂਖਣ ਧਰ ਕੇ। ਔਰ ਤਿਆਰ ਪਰ ਤਿਆਰ ਹੋ ਕੇ ਵਸਤਰ ਸ਼ਸਤਰ ਸਰੀਰ ਤੇ ਧਾਰਨ ਕਰਕੇ ਪਾਤਸ਼ਾਹ ਜੀ ਸੁੰਦਰ ਗਹਿਣਿਆਂ ਤੋਂ ਭਾਵ ਹੈ ਹੀਰੇ ਜਵਾਹਰਾਤਾਂ ਦੀਆਂ ਮਾਲਾ ਆਦਿ ਤੇ ਹੋਰ ਅਨੇਕਾਂ ਤਰ੍ਹਾਂ ਦੇ ਗਹਿਣੇ ਵੀ ਹੁੰਦੇ ਹਨ ਜਿਹੜੇ ਕਿ ਲਗਭਗ ਯੋਧਿਆਂ ਦੇ ਮੋਢਿਆਂ ਉੱਤੇ ਇੱਕ ਅੰਗਦ ਲੱਗਿਆ ਹੁੰਦਾ ਹੈ। ਇਹ ਵੀ ਸਤਿਗੁਰਾਂ ਦਾ ਬੜਾ ਕੀਮਤੀ ਹੈ, ਜਿਹਦੇ ਉੱਤੇ ਹੀਰੇ ਜਵਾਹਰ ਜੜੇ ਹੈ। ਜਿਹੜਾ ਦੁਸ਼ਮਣ ਦੀ ਤਲਵਾਰ ਤੋਂ ਬਚਾਉਂਦਾ ਹੈ। ਇਸੇ ਤਰ੍ਹਾਂ ਜਗ੍ਹਾ ਸਜਾਈ ਹੈ, ਬੜੀ ਕੀਮਤੀ ਕਲਗੀ ਸਜਾਈ ਹੈ। ਔਰ ਮੇਰੇ ਪ੍ਰੀਤਮ ਜੀ ਆਸਣ ਤੇ ਆ ਕੇ ਬਿਰਾਜਮਾਨ ਹੋ ਗਏ ਜੀ। ਸਭਾ ਵਿਖੇ ਕਲਗੀ ਤਰ ਆਏ ਚਾਮੀਕਾਰ ਪ੍ਰਿਅੰਕ ਜਿਸ ਥਾਏ। ਔਰ ਚਾਮੀਕਾਰ ਹੁੰਦਾ ਹੈ ਸੋਨੇ ਦਾ ਕੀਮਤੀ ਸੁੰਦਰ ਸਿੰਘਾਸਣ ਜੋ ਸਤਿਗੁਰਾਂ ਦਾ ਸਜਾਇਆ ਹੋਇਆ ਹੈ। ਆ ਕੇ ਦੀਵਾਨ ਵਿੱਚ ਬੈਠ ਗਏ ਜੀ। ਆਸਤਰਨ ਮਖਮਲ ਕੋ ਕਸਿਓ ਜਰੀ ਸਹਿਤ ਗੁਫਨ ਯੁਤ ਕਸਿਓ। ਜਿਸ ਦੇ ਉੱਪਰ ਮਖਮਲੀ ਵਿਛਾਈ ਕੀਤੀ ਹੋਈ ਹੈ, ਜੋ ਜਰੀ ਦੇ ਨਾਲ ਤਿਆਰ ਕੀਤਾ ਹੋਇਆ ਹੈ ਔਰ ਮੋਤੀਆਂ ਦੇ ਗੁੱਛਿਆਂ ਦੀਆਂ ਲੜੀਆਂ ਦੇ ਨਾਲ ਉਸ ਆਸਤਰਨ ਕਹਿੰਦੇ ਆ ਚਾਗੜ ਨੂੰ ਚਾਰੇ ਪਾਵਿਆਂ ਨਾਲ ਬੰਨ੍ਹਿਆ ਜਾਂਦਾ ਤਾਂ ਕਿ ਇਕੱਠੀ ਨਾ ਹੋਵੇ। ਇਉਂ ਵਿਛਾਈ ਕੀਤੀ ਹੈ ਅਤੇ ਸੁੰਦਰ ਸਿਰਹਾਣਾ ਲਾਇਆ ਹੈ ਜੀ। ਇਸ ਪਰ ਤੇਰੇ ਵਿਸਾਲ ਕਿਰਪਾਲਾ ਆਏ ਖਾਲਸਾ ਗਨ ਤਿਸ ਕਾਲਾ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਸੁੰਦਰ ਸਿੰਘਾਸਨ ਉੱਪਰ ਆਸਨ ਉੱਪਰ ਪਲਗੇ ਉੱਪਰ ਬਿਰਾਜਮਾਨ ਹੋ ਗਏ ਜੀ। ਨਾਮੋ ਕਰਤ ਅਰ ਬੈਠਤ ਹੀਰੇ ਲਗਿਓ ਦੀਵਾਨ ਆਨ ਤਿਸ ਬੇਰੇ। ਔਰ ਸਿੱਖ ਸੰਗਤਾਂ ਤੇ ਖਾਲਸਾ ਪੰਥ ਗੁਰੂ ਕੀਆਂ ਫੌਜਾਂ ਉਹ ਵੀ ਸਤਿਗੁਰਾਂ ਦੇ ਆਸੇ ਪਾਸੇ ਆ ਕੇ ਸਜਣ ਲੱਗੀਆਂ ਹਨ। ਏਮ ਲਸ ਕਟਾ ਧਾਰਨ ਕਰੇ ਆਗੇ ਚੋਬਦਾਰ ਤਹਿ ਖਰੇ। ਹੇਮ ਵੀ ਸੋਨੇ ਨੂੰ ਕਹਿੰਦੇ ਹਨ। ਦੋ ਪਹਿਰੇਦਾਰ ਸਤਿਗੁਰਾਂ ਦੇ ਸੋਨੇ ਦੀਆਂ ਸੋਟੀਆਂ ਲੈ ਕੇ ਡੰਡੇ ਲੈ ਕੇ ਲਸ਼ਟਕਾ ਕਹਿੰਦੇ ਆ ਡੰਡੇ ਨੂੰ, ਭਾਵ ਪਹਿਰੇਦਾਰ ਦੀ ਨਿਸ਼ਾਨੀ ਹੈ। ਗੁਰੂ ਨਾਨਕ ਦੇ ਘਰ ਵਿੱਚ ਸ਼ਾਹੀ ਠਾਠ ਦੇ ਨਾਲ ਇਹ ਸਿਸਟਮ ਚੱਲਦਾ ਹੈ ਤਾਂ ਇਹਨਾਂ ਪਹਿਰੇਦਾਰਾਂ ਦੇ ਕੋਲ ਉਹ ਸੋਨੇ ਦੀਆਂ ਬਣਾਈਆਂ ਹੋਈਆਂ ਲਾਠੀਆਂ ਔਰ ਦੋ ਪਹਿਰੇਦਾਰ ਸਾਹਮਣੇ ਖੜੇ ਹਨ। ਸ਼੍ਰੀ ਮੁਖ ਤੇ ਤਬ ਹੁਕਮ ਬਖਾਨਾ ਗੁਨੀ ਕਵੀਸ਼ਰ ਪੰਡਤ ਨਾਨਾ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕੋਲ ਬੈਠੇ ਨਿਜ ਦੇ ਸ਼ਰੀਕ ਆਪਣੇ ਖਾਲਸਾ ਪੰਥ ਨੂੰ ਜੋ ਹਮੇਸ਼ਾ ਨਾਲ ਰਹਿੰਦੇ ਹਨ, ਕਹਿਣ ਲੱਗੇ ਸਿੰਘੋ ਸਭ ਹਨ ਕੋ ਹਕਾਰ ਲਿਆਵੋ ਜਹ ਜਹ ਡੇਰੇ ਤਹਾਂ ਸਿਧਾਵੋ। ਜਿਹੜੇ ਆਪਣੇ ਕੋਲੇ ਕਵੀ ਗੁਣੀ ਜਨ ਬ੍ਰਾਹਮਣ ਜਾਂ ਹੋਰ ਪੰਡਤ ਆਦਿ ਕਵੀਸ਼ਰ ਆਦਿ ਉਤਰੇ ਹਨ, ਉਹਨਾਂ ਸਾਰਿਆਂ ਨੂੰ ਦੀਵਾਨ ਵਿੱਚ ਬੁਲਾਉਣਾ ਕਰੋ ਜੀ। ਸੁਣ ਕੇ ਸਭ ਤਤਕਾਲ ਬੁਲਾਏ ਤਿਨ ਕੇ ਬਹਿਓ ਨਾਮ ਬਤਾਏ। ਤਾਂ ਕਿਹੜੇ ਕਿਹੜੇ ਕਵੀਸ਼ਰ ਗੁਣੀ ਜਨ ਸਤਿਗੁਰਾਂ ਦੀ ਹਜ਼ੂਰੀ ਵਿੱਚ ਉਸ ਦਿਨ ਆਏ ਹਨ, ਉਹਨਾਂ ਨੂੰ ਤੁਰੰਤ ਬੁਲਾਉਣਾ ਕੀਤਾ ਹੈ। ਕੇਸ਼ੋ ਦਾਸ ਪੁੱਤਰ ਕੁਬਰੇਸ਼ ਤ੍ਰੋਣ ਪਰਬ ਜਿਨ ਕੀਨ ਅਸ਼ੇਸ਼। ਕੇਸ਼ੋ ਦਾਸ ਕੁਬਰੇਸ਼ ਦਾ ਪੁੱਤਰ ਦਰੋਣ ਪਰਬ ਜੋ ਇੱਕ ਖਾਸ ਮਹਾਭਾਰਤ ਦਾ ਗੁਰੂ ਪਿਆਰਿਓ ਉਲਥਾ ਕਰਨ ਵਾਲਾ ਮਨੁੱਖ ਸੀ।
ਗੁਣੀਆਂ ਸੁਖੀਆ ਬਲਬ ਆਇਓ, ਧਿਆਨ ਸਿੰਘ ਗੁਰ ਦਰਸ਼ਨ ਪਾਇਓ। ਉਸ ਵੇਲੇ ਸਿੰਘ ਸ਼ਬਦ ਪਾਤਸ਼ਾਹ ਨੇ ਸਿੰਘਾਂ ਨੂੰ ਹੀ ਦਿੱਤਾ ਸੀ ਜੋ ਅੰਮ੍ਰਿਤ ਛਕਦੇ ਸਨ। ਬਾਕੀਆਂ ਦੇ ਸਿੱਧੇ ਨਾਮ ਹੀ ਹੁੰਦੇ ਸਨ, ਜਿਵੇਂ ਗੁਣੀਆਂ, ਸੁਖੀਆ, ਬੱਲਭ, ਇਹ ਸਿੱਖਾਂ ਦੇ ਨਾਮ ਹਨ। ਔਰ ਧਿਆਨ ਸਿੰਘ ਇਹ ਗੁਰੂ ਕਾ ਅੰਮ੍ਰਿਤਧਾਰੀ ਸਿੰਘ ਹੈ। ਤਾਂ ਇਹ ਸੰਗਤਾਂ ਸਤਿਗੁਰਾਂ ਦੇ ਹਜ਼ੂਰ ਕੁਝ ਨਾ ਕੁਝ ਕਵੀਸ਼ਰ ਕਵਿਤਾ ਸੁਣਾਉਣ ਵਾਸਤੇ ਆਉਂਦੇ। ਸਤਿਗੁਰਾਂ ਕੋਲੋਂ ਉਹਨਾਂ ਦੀ ਕਵਿਤਾ ਦੇ ਵਿੱਚੋਂ ਲਿਖੀ ਹੋਈ ਮਹਿਮਾ ਸੁਣਦੇ ਤੇ ਬਹੁਤ ਸਾਰਾ ਇਨਾਮ ਉਹਨਾਂ ਨੂੰ ਦਿੱਤਾ ਜਾਂਦਾ। ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਸਾਰੇ ਕਵੀ ਗਿਣਤੀ ਦੇ ਵਿੱਚ ਕਾਫੀ ਹੈ। ਕੁਝ ਕਵੀਆਂ ਦੇ ਨਾਮ ਦੱਸੇ ਹਨ। ਉਹ ਬੈਠ ਗਏ ਜੀ। ਇਤੇ ਆਦਿਕ ਪਹੁੰਚੇ ਕੁਛ ਔਰ, ਬੰਦਤ ਪੇ ਸੋਢੀ ਸਿਰ ਮੋਰ। ਭਾਵ ਇਸ ਤਰ੍ਹਾਂ ਹੋਰ ਵੀ ਕਈ ਕਵੀ ਆ ਪਹੁੰਚੇ ਸੋਢੀ ਸਤਿਗੁਰੂ, ਸੋਢੀ ਸੁਲਤਾਨ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹਨ। ਸਾਦਰ ਬੈਠੇ ਸਭਾ ਮਜਾਰੀ, ਸਪਰਤ ਸ਼੍ਰੀ ਪ੍ਰਭ ਗਿਰਾ ਉਚਾਰੇ। ਔਰ ਸਤਕਾਰ ਸਹਿਤ ਸਤਿਗੁਰਾਂ ਦੀ ਸਭਾ ਦੇ ਵਿੱਚ ਆ ਕੇ ਨਮਸਕਾਰ ਕੀਤੀ, ਸਜ ਗਏ ਜੀ। ਤੁਮ ਸਗਲੇ ਬੁੱਧਵੰਤ ਬਿਸਾਲੇ, ਕਰੋ ਵਿਚਾਰਨ ਵਿਦਿਆ ਜਾਣੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਤੁਸੀਂ ਸਾਰੇ ਬੜੇ ਬੁੱਧੀਵੰਤੀ ਹੋ, ਸਿਆਣੇ ਹੋ, ਵਿਸਾਲੇ, ਵੱਡੀ ਬੁੱਧੀ ਵਾਲੇ ਹੋ। ਕਰੋ ਕੋਈ ਵਿਚਾਰਾਂ ਵਿਦਿਆ ਤੇ ਆਪਾਂ ਸਾਂਝੀਆਂ ਕਰੀਏ, ਭਾਵ ਸਤਸੰਗ ਆਰੰਭ ਕਰੀਏ ਜੀ। ਕਹਤੇ ਸੁਪਨਾ ਪਾਵੇ ਪ੍ਰਾਨੀ, ਕਿਮ ਨਿਸਪਤ ਮੈਂ ਸ਼ਾਮ ਨਿਸ਼ਾਨੀ। तो फिर उन्होंने कवियां ने आपो अपने बचन दसने शुरू किए। महाराज जी कृपा करके सानू ये दसो कि प्राणी नूं जिहड़ा सुपना आउंदा है वो कित्थों आउंदा है। कहते सुपना आवे प्राणी, और किम निस्बत में शाम निशानी, और चंद्रमा विच काला जिहड़ा दाग है ਉਹਦਾ ਕੀ ਕਾਰਨ ਹੈ। ਕਿਮ ਕੋਟੇ ਪਰ ਪਾਗਰ ਖੰਤੇ, ਕਿਮ ਚੀਤੇ ਪਾਛੇ ਝੁਕ ਜਾਂਤੇ। ਮਹਾਰਾਜ ਜੀ ਕਈ ਵਾਰੀ ਬੰਦਾ ਜਦੋਂ ਢੋ ਲਾ ਕੇ ਬਹਿੰਦਾ, ਖੇਤਾਂ ਵਿੱਚ ਲਗਭਗ ਦਰਖਤ ਨਾਲ ਢੋ ਲਾ ਕੇ ਬਹਿੰਦੇ ਆ ਤੇ ਇੱਕ ਲੱਤ ਨੂੰ ਸਿੱਧੀ ਕਰਕੇ ਦੂਜੇ ਗੋਡੇ ਉੱਤੇ ਦੂਜੀ ਲੱਤ ਏਦਾਂ ਕਰ ਲੈਂਦੇ ਆ। ਕ੍ਰਿਸ਼ਨ ਜੀ ਏਦਾਂ ਹੀ ਬੈਠੇ ਸੀਗੇ। ਅਖੀਰ ਤੇ ਜਦੋਂ ਉਹਨਾਂ ਨੇ ਸਰੀਰ ਤਿਆਗਿਆ, ਉਹਨਾਂ ਦੇ ਪੈਰ ਵਿੱਚ ਪਦਮ ਦਾ ਨਿਸ਼ਾਨ ਸੀਗਾ ਤੇ ਗੋਡੇ ਉੱਤੇ ਉਹਨਾਂ ਨੇ ਐਦਾਂ ਪੈਰ ਰੱਖਿਆ ਹੋਇਆ ਸੀਗਾ ਤੇ ਸ਼ਿਕਾਰੀ ਸ਼ਿਕਾਰ ਲੱਭਦਾ ਫਿਰਦਾ ਸੀ। ਉਹ ਪਦਮ ਚਮਕਦਾ ਸੀ। ਇਹਨੇ ਤੀਰ ਛੱਡਿਆ, ਅੱਖ ਸਮਝ ਕੇ ਸ਼ਿਕਾਰ ਦੀ, ਮਿਰਗ ਦੀ। ਤੀਰ ਜਾ ਕੇ ਪੈਰ 'ਚ ਲੱਗਿਆ ਤੇ ਕ੍ਰਿਸ਼ਨ ਜੀ ਉਸ ਤੀਰ ਨੂੰ ਪੈਰ ਨੂੰ ਪਲੋਸ ਰਹੇ। ਐਨੇ ਸ਼ਿਕਾਰੀ ਸ਼ਿਕਾਰ ਚੱਕਣ ਗਿਆ ਤਾਂ ਕੀ ਵੇਖਦਾ ਤਾਂ ਕ੍ਰਿਸ਼ਨ ਜੀ ਬੈਠੇ ਹਨ। ਫਿਰ ਮਾਫੀਆਂ ਮੰਗਦਾ ਹੈ ਤਾਂ ਗੁਰੂ ਪਿਆਰੋ ਕ੍ਰਿਸ਼ਨ ਜੀ ਕਹਿੰਦੇ, ਨਹੀਂ ਇਹ ਵੀ ਹੋਣੀ ਸੀ, ਇਸ ਬਹਾਨੇ ਮੈਂ ਵੀ ਜਾਣਾ ਸੀਗਾ ਔਰ ਤੈਨੂੰ ਵੀ ਨਾਲ ਹੀ ਲੈ ਕੇ ਚੱਲੂ ਆਪਣੇ ਦੇਸ਼ ਨੂੰ। ਕੋ ਸਤਨਾਮ ਸੀ। ਤੋ ਇਸ ਤਰ੍ਹਾਂ ਪੁੱਛਦਾ ਹੈ ਕਵੀ, ਮਹਾਰਾਜ ਲੋਕ ਗੋਡੇ ਉੱਤੇ ਪੈਰ ਰੱਖ ਕੇ ਕਿਉਂ ਬੈਠਦੇ ਹਨ ਜਾਂ ਪੈਂਦੇ ਹਨ। ਚੋਨ ਪਕਾਵਨ ਜਬ ਹੀ ਲਾਗੇ, ਤੋਰ ਪਿੱਛੇ ਕਿਮ ਜ਼ੋਰ ਤੇ ਆਗੇ। ਇੱਕ ਬਚਨ ਹੋਰ ਆਇਆ ਕਿ ਜਦੋਂ ਕੋਈ ਬਾਥਰੂਮ ਕਰਦਾ ਮਗਰੋਂ ਥੁੱਕਦਾ ਕਿਉਂ ਹੈ, ਇਹਦਾ ਕੀ ਕਾਰਨ ਹੈ ਮਹਾਰਾਜ। ਦੂਸਰਾ ਬਚਨ ਇੱਕ ਜ਼ਿਆਦਾਤਰ ਬੀਬੀਆਂ ਵਰਤਿਆ ਕਰਦੀਆਂ, ਰੋਟੀ ਪਕਾਉਣ ਲੱਗੀਆਂ, ਚੋਣ ਪਕਾਵਣ ਜਬ ਹੀ ਲਾਗੇ, ਤੋਰ ਪਿੱਛੇ ਕਿ ਮਝੋਰ ਤੇ ਆਗੇ। ਇਹ ਬੀਬੀਆਂ ਆਟਾ ਜੋ ਗੁੰਨ ਕੇ ਰੱਖਿਆ ਪ੍ਰਾਂਤ ਵਿੱਚ, ਉਹਨੂੰ ਇੱਕ ਪਾਸਿਓਂ ਤੋੜ ਕੇ ਦੂਜੇ ਪਾਸੇ ਕਿਉਂ ਲਾਉਂਦੀਆਂ ਹਨ। ਰੁੱਖ ਬਗੈਰ ਕਿਉਂ ਬੋਲਣ ਕਰ ਹੈ, ਧਨ ਟਕਾਰ ਕਰੇ ਕਿਉਂ ਨਰ ਹੈ। ਮਹਾਰਾਜ ਜੀ ਰੁੱਖ ਵੇਖਣ ਤੋਂ ਬਗੈਰ ਕਿਉਂ ਬੋਲਦੇ ਹਨ, ਔਰ ਮਨੁੱਖ ਧਨੁੱਖ ਦੀ ਟਨਕਾਰ ਕਿਉਂ ਕਰਦਾ ਹੈ। ਟਨਕਾਰ ਕਦੋਂ ਕਰਦਾ ਹੈ? ਜਦੋਂ ਕੋਈ ਜੰਗ ਚੱਲ ਰਿਹਾ ਹੋਵੇ ਤੇ ਉਦੋਂ ਇੱਕ ਵਾਰੀ ਉਹ ਕੱਲੇ ਧਨੁੱਖ ਦੀ ਤੰਦੀ ਖਿੱਚ ਕੇ ਛੱਡਦਾ ਹੈ ਤੇ ਉਸ ਦੀ ਇੱਕ ਆਵਾਜ਼ ਹੁੰਦੀ ਹੈ ਤੰਦੀ ਦੀ, ਉਹ ਕਿਉਂ ਕਰਦਾ ਹੈ। ਕਹੋ ਤਮਾਕੂ ਕਿਉਂ ਨਾ ਛੂ ਹੈ, ਕਥਾ ਦਵਾਦਸੀ ਕਿਮ ਨ ਕਹੈ। ਮਹਾਰਾਜ ਜੀ ਇਹ ਜਿਹੜਾ ਤਮਾਕੂ ਹੈ ਇਹ ਕਿਉਂ ਇੰਨਾ ਮਾੜਾ ਹੈ, ਇਹਨੂੰ ਅਸੀਂ ਹੱਥ ਕਿਉਂ ਨਹੀਂ ਲਾਉਣਾਗਾ, ਆਪ ਜੀ ਦਾ ਹੁਕਮ ਹੈ। ਔਰ ਦੂਸਰਾ ਬਚਨ, ਬਾਰਸ ਦੀ ਦਵਾਰਸ਼ੀ ਦੀ ਕਥਾ ਲੋਕ ਕਿਉਂ ਨਹੀਂ ਕਰਦੇ। ਇਮ ਸ਼੍ਰੀ ਸਤਿਗੁਰ ਤੇ ਸਭ ਸੁਨੈ, ਕਵ ਕੁਵਰੇਸ਼ ਪ੍ਰਥਮ ਹੀ ਬਣੈ। ਤਾਂ ਇਹ ਜਿਹੜਾ ਕਵੀ ਹੈ ਕੇਸ਼ੋ ਦਾਸ ਕਵਰੇਸ਼ ਦਾ ਮੁੰਡਾ,
ਇਸ ਨੇ ਕਹਿਣਾ ਕੀਤਾ ਹੈ ਜੀ। ਹੋਰਾ ਖਾਏ ਸਕਲ ਰਸ ਅੰਨ ਤੇ ਦਪਟੇ ਨਾਰੀ ਭਾਵ। ਸਾਰੇ ਅੰਨ ਆਦਿ ਰਸ ਖਾ ਕੇ ਨਾੜੀਆਂ ਦੇ ਵਿੱਚ ਸੂਖਮ ਭਾਵ ਦਬ ਜਾਂਦੇ ਹਨ। ਘੂਮ ਨੀਂਦ ਪੀਛੇ ਬਚੇ ਜੀਵ ਕਲਾ ਛੁੱਟ ਦਾਵ। ਔਰ ਉਸ ਤੋਂ ਬਾਅਦ ਸਾਨੂੰ ਘੁੰਮ ਕੇ ਨੀਂਦ ਚੜ੍ਹਦੀ ਹੈ। ਰੋਟੀ ਖਾ ਕੇ ਆਪਾਂ ਨੀਂਦ ਚੜ੍ਹਦੀ ਹੈ ਨਾ, ਤਾਂ ਪਾਤਸ਼ਾਹ ਜੀ ਕਹਿੰਦੇ ਜਦੋਂ ਕੋਈ ਪ੍ਰਸ਼ਾਦਾ ਛਕਦਾ ਹੈ ਉਹਦੇ ਰਸ ਬਣ ਕੇ ਨਾੜੀਆਂ ਵਿੱਚ ਜਾਂਦੇ ਹਨ ਤੇ ਨਾੜੀਆਂ ਜਿਹੜੀਆਂ ਹੈ ਦਬਟ ਹੋ ਜਾਂਦੀਆਂ, ਦਬ ਜਾਂਦੀਆਂ ਹਨ ਤੇ ਫਿਰ ਸਾਨੂੰ ਨੀਂਦ ਚੜ੍ਹਦੀ ਹੈ ਅੰਨ ਪਚੇ ਤੋਂ ਬਾਅਦ। ਉਰੇ ਸੁਪਨ ਸਭ ਜੰਤ ਕੋ ਸਾਚ ਜੂਝ ਮਨ ਬੂਝ। ਇਹ ਉਥੋਂ ਫਿਰ ਸੁਪਨਾ ਤਿਆਰ ਹੁੰਦਾ। ਪਾਤਸ਼ਾਹ ਜੀ ਕਹਿੰਦੇ ਇਹ ਸੁਪਨਾ ਉਥੋਂ ਉੱਠਦਾ ਹੈ ਤੇ ਇਹ ਸੁਪਨੇ ਵੇਲੇ ਨੂੰ ਝੂਠਾ ਹੁੰਦਾ ਹੈ। ਉਸ ਵੇਲੇ ਸੁਪਨਾ ਹੁੰਦਾ ਤਾਂ ਝੂਠਾ ਹੈ, ਪਰ ਮਨੁੱਖ ਇਸ ਨੂੰ ਸੱਚਾ ਸਮਝਦਾ ਹੈ। ਇਤਨੀ ਜਾਣੀ ਗਿਆਨ ਤੇ ਤਾਂ ਪਰ ਤੁਮਰੀ ਸੂਝ। ਜਿਨ੍ਹਾਂ ਨੇ ਸੁਪਨੇ ਨੂੰ ਸੁਪਨਾ ਸਮਝ ਲਿਆ, ਜਿਨ੍ਹਾਂ ਨੇ ਝੂਠ ਦੀ ਤੇ ਸੱਚ ਦੀ ਪਛਾਣ ਕਰ ਲਈ, ਹੰਸ ਦੇ ਕੋਲੇ ਪਾਤਸ਼ਾਹ ਨੇ ਇੱਕ ਬਿਰਤੀ ਦਿੱਤੀ ਹੈ। ਇਸੇ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਪਾਰੋ ਜੀ ਨੂੰ ਪਰਮਹੰਸ ਕਿਹਾ। ਕੀ ਜੁਗਤੀ ਬਖਸ਼ੀ ਹੈ ਹੰਸ ਨੂੰ ਪਾਤਸ਼ਾਹ ਨੇ ਕਿ ਹੰਸ ਦੀ ਚੁੰਝ ਵਿੱਚ ਕੋਈ ਬਖਸ਼ਿਸ਼ ਕੀਤੀ ਹੈ। ਜਦੋਂ ਉਹ ਦੁੱਧ ਵਿੱਚ ਚੁੰਝ ਨੂੰ ਪਾਉਂਦਾ ਹੈ ਤੇ ਦੁੱਧ ਫਟ ਜਾਂਦਾ ਹੈ ਤੇ ਫਟਣ ਤੋਂ ਬਾਅਦ ਜਿਹੜੀਆਂ ਉਸ ਦੀਆਂ ਫੁੱਟੀਆਂ ਬਣ ਜਾਂਦੀਆਂ ਤੇ ਹੰਸ ਫੁੱਟੀਆਂ ਖਾ ਲੈਂਦਾ, ਪਾਣੀ ਛੱਡ ਜਾਂਦਾ। ਉਸੇ ਤਰ੍ਹਾਂ ਹੀ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ ਕਿ ਇਹ ਸੁਪਨਾ ਕਿੱਥੋਂ ਪੈਦਾ ਹੁੰਦਾ। ਕਹਿੰਦੇ ਸੁਪਨਾ ਵੈਸੇ ਝੂਠਾ ਹੀ ਹੁੰਦਾ ਹੈ, ਪਰ ਜਾਗਦੇ ਹੋਏ ਵੀ ਸਾਨੂੰ ਸੁਪਨਾ ਆਉਂਦਾ ਹੈ, ਅਸੀਂ ਦੁਨੀਆ ਨੂੰ ਸੱਚ ਮੰਨ ਰਹੇ ਹਾਂ। ਪਰ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਤੋਖ ਰਿਸ਼ੀ ਨੂੰ ਸਮਝਾਉਂਦੇ ਹੋਏ ਇਹੀ ਬਚਨ ਕਰਦੇ ਹਨ। ਜਦ ਪੁੱਛਿਆ ਮਹਾਰਾਜ ਇਹ ਦੱਸੋ ਸੰਸਾਰ ਸੱਚਾ ਹੈ ਕਿ ਝੂਠਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਜਾਗ ਪਏ ਉਹਨਾਂ ਵਾਸਤੇ ਝੂਠਾ ਹੈ, ਜਿਹੜੇ ਸੁੱਤੇ ਪਏ ਉਹਨਾਂ ਵਾਸਤੇ ਸੱਚਾ। ਮਹਾਰਾਜ ਉਹ ਕਿਵੇਂ? ਕਹਿੰਦੇ ਕਦੇ ਸੁਪਨਾ ਆਇਆ? ਕਹਿੰਦੇ ਹਾਂ ਜੀ। ਜਦ ਕਦੇ ਸੁਪਨਾ ਆਉਂਦਾ ਸਾਨੂੰ ਰਾਤ ਨੂੰ, ਉਸ ਵੇਲੇ ਸੱਚਾ ਹੁੰਦਾ ਕਿ ਝੂਠਾ? ਕਹਿੰਦੇ ਜੀ ਸੱਚਾ ਹੀ ਜਾਪਦਾ। ਬੰਦਾ ਡਰ ਵੀ ਜਾਂਦਾ, ਕੰਬਣ ਵੀ ਲੱਗ ਜਾਂਦਾ, ਖੁਸ਼ ਵੀ ਹੁੰਦਾ ਸੁਪਨੇ ਵਿੱਚ, ਪਰ ਜਦੋਂ ਜਾਗ ਪੈਂਦਾ ਉਦੋਂ ਫਿਰ ਉਹੀ ਬੰਦਾ ਕਹਿੰਦਾ ਛੱਡ ਓਏ ਇਹ ਤਾਂ ਸੁਪਨਾ ਸੀ। ਕਹੋ ਸਤਨਾਮ ਸੀ, ਝੂਠਾ ਸੀ ਇਹ ਤਾਂ। ਕਹਿੰਦੇ ਹਾਂ ਜੀ। ਬਸ ਇਸੇ ਤਰ੍ਹਾਂ ਹੀ ਇਹ ਸੰਸਾਰ ਜਿਹੜਾ ਹੈ, ਜਿਨ੍ਹਾਂ ਨੂੰ ਗਿਆਨ ਹੋ ਗਿਆ, ਬ੍ਰਹਮ ਗਿਆਨ ਹੋ ਗਿਆ, ਉਹ ਇਹਨੂੰ ਝੂਠਾ ਸਮਝਦੇ ਆ। ਮੈਂ ਜੰਮਣ ਤੋਂ ਪਹਿਲਾਂ ਇੱਥੇ ਨਹੀਂ ਸੀਗਾ, ਅੱਜ ਹੈਗਾ, ਮਰਨ ਤੋਂ ਬਾਅਦ ਮੈਂ ਇੱਥੇ ਨਹੀਂ ਹੋਵਾਂਗਾ, ਤੇ ਜੋ ਕੱਲ ਨਹੀਂ ਸੀ ਕੱਲ ਨੂੰ ਨਹੀਂ ਹੋਵੇਗਾ, ਇਹਦਾ ਮਤਲਬ ਵਿਚਾਲੇ ਵੀ ਹੈ ਨਹੀਂ। ਇਹ ਤੀਹੋ ਕਾਲ ਝੂਠ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਏਦਾਂ ਸੁਪਨਾ ਬਣਦਾ ਹੈ ਤੇ ਜਿਹਨੇ ਸੱਚ ਝੂਠ ਨੂੰ ਸਮਝ ਲਿਆ ਉਹਨੂੰ ਗਿਆਨੀ ਜਾਣੋ ਜੀ। ਇਤਨੀ ਜਾਣੀ ਗਿਆਨ ਤੇ ਤਾਂ ਪਰ ਤੁਮਰੀ ਸੂਝ। ਜੇ ਤੁਸੀਂ ਇਸ ਗੱਲ ਨੂੰ ਸਮਝ ਲਿਆ ਫਿਰ ਤੁਸੀਂ ਬੁੱਧੀਵਾਨ ਹੋ। ਜੇ ਸੁਪਨੇ ਵਿੱਚ ਵੀ ਇਹ ਸਮਝ ਲਓ ਕਿ ਇਹ ਸੁਪਨਾ ਆ ਰਿਹਾ ਹੈ। ਬਲਬ ਕਾਲਸ ਪਾਪ ਫਲ ਗੌਤਮ ਪਤਨੀ ਪ੍ਰੀਤ। ਹਾਂ, ਬਲਬ ਕਵੀ ਨੇ ਕਿਹਾ ਸੀ ਮਹਾਰਾਜ ਚੰਦਰਮਾ ਤੇ ਕਾਲਸ ਕਿਉਂ ਹੈ? ਪਾਤਸ਼ਾਹ ਕਹਿੰਦੇ ਇਹ ਗੌਤਮ ਰਿਸ਼ੀ ਦੀ ਕਾਰਨ ਹੋਈ ਆ। ਜਿਸ ਤਰ੍ਹਾਂ ਇਹ ਪੂਰੀ ਕਹਾਣੀ ਹੈ, ਪਾਤਸ਼ਾਹ ਜੀ ਨੇ ਇੱਥੇ ਦੋ ਪੰਕਤੀਆਂ ਵਿੱਚ ਹੀ ਗੱਲ ਦੱਸ ਦਿੱਤੀ ਹੈ। ਸਾਸੂ ਠਾਏ ਰਿਖ ਨਾਵਣ ਕੋ ਕਾਮੀ ਬਾਸਵ ਮੀਤ। ਹੋਇਆ ਕੀ? ਕਹਿੰਦੇ ਜਿਸ ਵੇਲੇ ਇੰਦਰ ਨੇ ਕਾਮੀ ਹੋ ਕਰਕੇ ਗੌਤਮ ਰਿਸ਼ੀ ਦੀ ਇਸਤਰੀ ਨੂੰ ਤਕਾਇਆ ਤੇ ਉਸ ਨੇ ਉਸ ਵੇਲੇ ਕਹਿੰਦੇ ਚੰਦਰਮਾ ਨੂੰ ਆਪਣੇ ਨਾਲ ਮਿਲਾ ਲਿਆ ਔਰ ਉਸ ਨੂੰ ਸਮੇਂ ਤੋਂ ਪਹਿਲਾਂ ਹੀ ਦਿਖਾ ਦਿੱਤਾ। ਇਸੇ ਤਰ੍ਹਾਂ ਹੀ ਉਸ ਨੇ ਕਹਿੰਦੇ ਜਦੋਂ ਇਹ ਨਾਲ ਰਲ ਗਿਆ ਤੇ ਇਸ ਨੇ ਮੁਰਗਾ ਬਣ ਕੇ, ਕੁੱਕੜ ਬਣ ਕੇ, ਜਿਵੇਂ ਕਹਾਣੀ ਲਿਖੀ ਹੈ, ਵਾਂਗ ਦੇ ਦਿੱਤੀ ਤੇ ਰਿਸ਼ੀ ਜਿਹੜਾ ਉੱਠ ਕੇ ਚਲਿਆ ਗਿਆ ਇਸ਼ਨਾਨ ਕਰਨ ਵਾਸਤੇ। ਮੁੜ ਕੇ ਇਹ ਇੰਦਰ ਉਹਦੇ ਘਰ ਆ ਵੜਿਆ ਤੇ ਕਈ ਲੋਕ ਇਹਨੂੰ ਇੰਦਰ ਦੇਵਤਾ ਕਹਿੰਦੇ ਆ, ਪਰ ਮੈਨੂੰ ਸ਼ਰਮ ਆਉਂਦੀ ਹੈ ਇਹਨੂੰ ਦੇਵਤਾ ਕਹਿੰਦੇ ਨੂੰ। ਕੋਈ ਸਤਨਾਮ। ਪਤਾ ਨਹੀਂ ਕਿਸ ਹਰ ਤਰ੍ਹਾਂ ਦੀਆਂ ਕਹਾਣੀਆਂ
ਜ਼ਰੂਰ ਇਹ ਇੰਦਰ ਕੋਈ ਰਾਜਨੀਤੀ ਵਾਲਾ, ਕੋਈ ਵੱਡਾ ਮੰਤਰੀ ਜਾਂ ਮੰਤਰੀ ਦਾ ਮੁੰਡਾ ਹੀ ਹੋਣਾ, ਕੋਈ ਸਤਨਾਮ। ਤਾਂ ਗੁਰੂ ਪਿਆਰਿਓ, ਖੈਰ ਚਲੋ ਜਿਵੇਂ ਉਹਨਾਂ ਨੇ ਲਿਖਿਆ, ਕਹਿੰਦੇ ਇੰਦਰ ਦੇਵਤਾ। ਹੁਣ ਦੇਵਤਾ ਤਾਂ ਫਿਰ ਗੁਰੂ ਸਾਹਿਬ ਜੀ ਨੂੰ ਦੇਵਤਾ ਬਣਾਉਣਾ, ਉਹ ਤਾਂ ਇਸੇ ਕੰਮ ਕਰਦਾ ਨਹੀਂਗਾ। ਜਿਨ ਮਾਨਸ ਤੇ ਦੇਵਤੇ ਕੀਏ, ਘੱਟ ਨਾ ਲਾਗੀ ਵਾਰ, ਗੁਰੂ ਸਿੱਖ ਨੂੰ ਦੇਵਤਾ ਬਣਾਉਂਦਾ, ਫਿਰ ਇੰਦਰ ਦੇਵਤਾ ਕਿਹੜੇ ਪਾਸੇ ਹੋਇਆ। ਇਸ ਕਰਕੇ ਖੈਰ ਚਲੋ ਜੋ ਉਹਨਾਂ ਦੀ ਕਰਨੀ ਆ, ਕਰਨੀ ਦੇ ਫਲ ਭੋਗਦੇ ਆ। ਕਹਿੰਦੀ ਉਸ ਇੰਦਰ ਨੇ ਚੰਦਰਮਾ ਨੂੰ ਨਾਲ ਲਾਇਆ ਔਰ ਇਹਨਾਂ ਨੇ ਰਿਸ਼ੀ ਦੇ ਘਰ ਆਉਣਾ ਕੀਤਾ। ਜਦ ਰਿਸ਼ੀ ਕਹਿੰਦੇ ਇਸ਼ਨਾਨ ਕਰਨ ਲਈ ਗੰਗਾ ਦੇ ਗਿਆ, ਉੱਥੋਂ ਆਵਾਜ਼ ਆਈ, ਅੱਜ ਤੂੰ ਕਿਵੇਂ ਸੁਨੇਹਾ ਹੀ ਆ ਗਿਆ, ਟਾਈਮ ਤੋਂ ਪਹਿਲਾਂ ਆ ਗਿਆ, ਹਜੇ ਨਹਾਉਣ ਦਾ ਟਾਈਮ ਤੇਰਾ ਹੋਇਆ ਨਹੀਂ, ਜਲਦੀ ਘਰੇ ਜਾ। ਕੋਈ ਕਾਰਨ ਹੈ। ਜਦ ਘਰ ਆਇਆ ਤੇ ਉਸ ਨੇ ਉਥੋਂ ਚੰਦਰਮਾ ਨੂੰ ਭੱਜਦੇ ਵੇਖਿਆ। ਇਹਨੇ ਆਪਣੀ ਉਹ ਗਿੱਲੀ ਧੋਤੀ ਜਿਹੜੀ ਹੱਥ 'ਚ ਫੜੀ ਹੋਈ ਸੀ ਚਲਾ ਕੇ ਮਾਰੀ, ਔਰ ਇੰਦਰ ਜਦ ਭੱਜਣ ਲੱਗਿਆ ਉਹਨੂੰ ਕਹਿਣ ਲੱਗਿਆ, ਉਹ ਦੁਸ਼ਟਾ, ਜਿਸ ਕੰਮ ਦੇ ਲਈ ਆਇਆ ਤੇਰੇ ਹਜ਼ਾਰਾਂ ਹੀ ਭਗਾਂ ਇਸ ਸਰੀਰ ਤੇ ਬਣ ਜਾਣਗੀਆਂ। ਕੋ ਸਤਨਾਮ। ਫਿਰ ਕਹਿੰਦੇ ਉਹ ਇੰਦਰ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ। ਜਦੋਂ ਉਹਦੇ ਸਰੀਰ ਤੇ ਅਨੇਕਾਂ ਹੀ ਜ਼ਖਮ ਹੋ ਗਏ, ਅੱਜ ਵੀ ਉਹ ਰੋਂਦਾ ਹੈ ਆਪਣੀ ਇਸ ਕਰਨੀ ਤੇ। ਇਹ ਕਾਰਨ ਹੈ ਚੰਦਰਮਾ ਦੇ ਕਾਲੇ ਨਿਸ਼ਾਨ ਦਾ, ਭਾਵ ਉਹਨੂੰ ਕਲੰਕ ਲੱਗਿਆ ਹੋਇਆ ਹੈ, ਜੋ ਲਹਿੰਦਾ ਨਹੀਂਗਾ, ਸ਼ਿਵ ਜੀ ਦੇ ਵੀ ਮੱਥੇ ਤੇ ਰੱਖਿਆ ਹੋਇਆ। ਔਰ ਰੋਜ਼ ਉਹਦੇ ਉੱਤੋਂ ਦੀ ਕਹਿੰਦੇ ਗੰਗਾ ਵਗਦੀ ਹੈ, ਪਰ ਉਹਦੀ ਮਾੜੀ ਕਰਮ ਦਾ ਇਹ ਕਲੰਕ ਗੰਗਾ ਵਿੱਚ ਧੋਤਿਆਂ ਵੀ ਨਹੀਂ ਲੈ ਰਿਹਾ। ਇਸ ਕਰਕੇ ਉਹਨੂੰ ਇਹ ਦਾਗ ਲੱਗਿਆ ਜੀ। ਗੁਣਿਆ ਜਾਨੋ ਜਾਨਵੇ, ਸ਼ੁੱਧ ਠੌਰ ਵਰ ਈਸ਼। ਤਾਂ ਹੁਣ ਅਗਲਾ ਸਿੱਖ ਪੁੱਛਦਾ ਹੈ, ਗੁਣੀਆਂ ਜਾਨੂ ਜਾਨਵੀ, ਭਾਵ ਜਾਨੂ ਰਿਸ਼ੀ ਨੇ ਪੀ ਲਿਆ, ਫਿਰ ਉਸਨੇ ਆਪਣੇ ਗੋਡੇ ਵਿੱਚੋਂ ਕੱਢਿਆ। ਇਸ ਤਰ੍ਹਾਂ ਗੋਡੇ ਨੂੰ ਪਵਿੱਤਰ ਮੰਨਿਆ ਗਿਆ ਹੈ। ਇਸ ਕਰਕੇ ਗੋਡੇ ਨੂੰ ਉੱਤੇ ਆਪਣਾ ਪੈਰ ਧਰ ਕੇ ਕਈ ਵਾਰੀ ਲੋਕ ਪੈਂਦੇ ਹਨ। ਪੱਗ ਸਿਰ ਸਮੇਤ ਗੋਡਿਆਂ ਨੂੰ ਲੱਗ ਜਾਂਦੀ ਹੈ। ਇਸੇ ਕਰਕੇ ਲੋਕ ਨਮਸਕਾਰ ਵੀ ਚਰਨਾਂ ਤੇ ਕਰਦੇ ਹਨ। ਨੀਤ ਪਾਗ ਸ਼ਰਨਾਗਤੇ, ਗੋਡ ਲਾਗ ਸੁਖ ਸੀਸ। ਇਸੇ ਕਰਕੇ ਅਸੀਂ ਕਿਸੇ ਸਿਆਣੇ ਦੇ ਗੋਡੀ ਲੱਗਦੇ ਹਾਂ, ਭਾਵ ਪੈਰੀ ਹੱਥ ਲਾਉਂਦੇ ਹਾਂ। ਗੋਡਿਆਂ ਨੂੰ ਪਵਿੱਤਰ ਮੰਨਿਆ ਗਿਆ ਜੀ। ਸੁਖੀਆ ਤੰਤਰ ਮੰਤਰ ਕੇ, ਨਾਸ਼ ਕਰਨ ਕੇ ਹੇਤ। ਸੁਖੀਆ ਕਵੀ ਨੇ ਕਿਹਾ ਕਿਉਂਕਿ ਤੰਤਰ ਮੰਤਰ ਨਾਸ਼ ਹੋ ਜਾਂਦੇ ਹਨ। ਜਦੋਂ ਕੋਈ ਬਾਥਰੂਮ ਵਗੈਰਾ ਕਰਕੇ ਥੁੱਕਦਾ ਹੈ ਤੇ ਕਹਿੰਦੇ ਉਹਦੇ ਨਾਲ ਆਪਣੇ ਆਪ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਇਸ ਕਰਕੇ ਥੂਕ ਕੇ ਹੱਥ ਹੋਤ ਹੈ, ਜਾਤੇ ਕੀ ਨਾ ਚੇਤ। ਇਸ ਕਰਕੇ ਲੋਕਾਂ ਦਾ ਇਹ ਖਿਆਲ ਬਣਿਆ ਹੋਇਆ ਹੈ ਕਿ ਬਾਥਰੂਮ ਜਾਣ ਤੋਂ ਬਾਅਦ ਜਿੱਥੇ ਮਨੁੱਖ ਹੱਥ ਮੂੰਹ ਧੋਂਦਾ ਹੈ ਉੱਥੇ ਥੁੱਕਦਾ ਵੀ ਹੈ। ਗੁਰਦਾਸ ਦਾਸ ਪਕ ਸਤਿਗੁਰੂ, ਅਹੰਗ ਮਿਟੇ ਤੁਮ ਸ਼ਰਨ। ਤੇ ਗੁਰਦਾਸ ਇੱਕ ਕਵੀ ਹੈ ਸਤਿਗੁਰਾਂ ਦੇ ਕੋਲ, ਕਹਿਣ ਲੱਗਿਆ, ਮਹਾਰਾਜ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ, ਜੀਵ ਦਾ ਹੰਕਾਰ ਮਿਟ ਜਾਂਦਾ ਹੈ। ਤਵਨ ਕਿਰਪਾ ਬਿਨ ਹਮਤੀ, ਬੋਲਤ ਪ੍ਰੀਤੀ ਹਰਨ। ਤੁਹਾਡੀ ਕਿਰਪਾ ਤੋਂ ਬਗੈਰ ਤਾਂ ਹੰਕਾਰ ਵਿੱਚ ਬੋਲਣਾ, ਪ੍ਰੇਮ ਨੂੰ ਖਤਮ ਕਰਨਾ ਹੈ। ਸੈਨਾਪਤ ਕਹਿਤਾ ਇਹ, ਪ੍ਰਥਮ ਬਰਕਤੀ ਜਾਨ। ਇਸ ਕਰਕੇ ਸੈਨਾਪਤੀ ਕਵੀ ਕੀ ਕਹਿੰਦਾ ਹੈ, ਮਹਾਰਾਜ ਇਹ ਆਟਾ ਜਿਹੜਾ ਹੈ ਅੱਗੋਂ ਤੋੜ ਕੇ ਪਿੱਛੇ ਲਾਉਣਾ, ਇਹਦਾ ਕੀ ਕਾਰਨ ਹੈ? ਤਾਂ ਕਹਿਣ ਲੱਗੇ ਮਹਾਰਾਜ ਇਹ ਪਹਿਲਾ ਜਿਹੜਾ ਹੈ ਪੇੜਾ ਤੋੜਿਆ ਜਾਂਦਾ, ਬਰਕਤ, ਇਹਨੂੰ ਬਰਕਤ ਕਿਹਾ ਜਾਂਦਾ। ਤੁਸੀਂ ਸ਼ਾਇਦ ਅੱਜ ਕੱਲ੍ਹ ਤਾਂ ਸਿੱਧੀ ਟਰਾਲੀ ਖੇਤੋਂ ਕਣਕ ਕੱਢਦੇ ਆ, ਦਾਣੇ ਕੱਢਦੇ ਆ ਔਰ ਮੰਡੀ 'ਚ ਵਗ ਜਾਂਦੀ ਹੈ। ਪਹਿਲਾਂ ਲੋਕ ਬੋਹਲ ਲਾਉਂਦੇ ਸਨ, ਕੱਢ ਕੇ ਦਾਣਿਆਂ ਨੂੰ ਸਾਫ਼ ਕਰਕੇ ਢੇਰ ਲਾਉਂਦੇ। ਫਿਰ ਜਦੋਂ ਉੱਥੇ ਬਾਣੀਆਂ ਉਹਨੂੰ ਤੋਲਣ ਵਾਸਤੇ ਆਉਂਦਾ ਤੇ ਉਹ ਤੱਕੜੀ ਨਾਲ ਤੋਲਦਾ, ਪਸੇਰੀ ਦੀ ਨਾਲ, ਤੇ ਫਿਰ ਪਹਿਲਾ ਜਿਹੜਾ ਉਹਦੇ 'ਚੋਂ ਬਾਟਾ ਭਰਦਾ ਤੱਕੜੀ ਦਾ, ਉਹਨੂੰ ਕਹਿੰਦਾ ਬਰਕਤ, ਭਾਵ ਪਹਿਲਾ ਤੋਂ ਪਹਿਲਾ ਪੇੜਾ ਤੋੜ ਕੇ ਜਿਹੜਾ ਅੱਗੋਂ ਪਿੱਛੇ ਰੱਖਿਆ ਜਾਂਦਾ ਹੈ, ਅਸਲ ਵਿੱਚੋਂ ਪਰਮੇਸ਼ਰ ਦੇ ਨਾਮ ਦਾ ਕੱਢਿਆ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੇ ਫਿਰ ਉਸ ਪੇੜੇ ਦੀ ਰੋਟੀ ਬਣਾ ਕੇ ਕਿਸੇ ਗਊ ਆਦਿ ਜਾਂ ਕੁੱਤੇ ਨੂੰ ਪਾ ਦਿੱਤੀ ਜਾਂਦੀ ਸੀ। ਸਿਆਣੇ ਪਹਿਲਾਂ ਇਉਂ ਕਰਦੇ ਸੀ। ਅੱਜ ਕੱਲ੍ਹ ਤਾਂ ਅਸੀਂ ਬੜੇ ਕਾਲੇ ਆ, ਤਾਂ ਪੇੜਾ ਤੋੜਨ ਦਾ ਰਿਵਾਜ ਕਿੱਥੋਂ ਜੇ ਚੱਲਿਆ? ਜਿੱਥੋਂ ਜੇ ਬੱਚੀ ਇੰਨੇ ਕਾਲੇ ਹੋ ਗਏ, ਬੇਬੇ ਪਹਿਲਾਂ ਮੈਨੂੰ ਰੋਟੀ ਦੇ, ਪਹਿਲਾਂ ਮੈਨੂੰ ਦੇ। ਹੁਣ ਬੇਬੇ ਵਿਚਾਰੀ
ਚੱਕਰ 'ਚ ਪੈ ਗਈ ਕਿ ਇਹਨਾਂ ਰੱਬ ਦੇ ਨਾਂ ਦੀ ਪਕਾਵਾਂ ਕਿ ਇਹਨਾਂ ਨੂੰ ਦੇਵਾਂ। ਤੋ ਬੇਬੇ ਨੇ ਉਸ ਕਾਹਲੀ ਕਰਕੇ ਵਾਹਿਗੁਰੂ 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 ਵਾਹਿਗੁਰੂ। ਤੋ ਮੇਰੇ ਪ੍ਰੀਤਮ ਜੀ ਬਚਨ ਕਰਦੇ ਐ, ਕੀਤਾ ਲੋੜੀਐ ਕੰਮ ਸੋ ਹਰਿ ਭੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀਐ, ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀਐ, ਪਹਿ ਭੰਜਨ ਮਿਹਰਬਾਨ ਦਾਸ ਕੀ ਰਾਖੀਐ। ਤੋ ਬਜ਼ੁਰਗ ਮਾਈਆਂ ਜਿਹੜੀਆਂ ਹੁੰਦੀਆਂ ਸਨ ਅਕਸਰ ਉਹ ਵੀ ਤਾਂ ਰੋਟੀ ਪਕਾਉਣ ਤੋਂ ਪਹਿਲਾਂ ਰੱਬ ਨੂੰ ਯਾਦ ਕਰਦੀਆਂ ਸਨ। ਜਿਵੇਂ ਹੁਣੇ ਆਪਾਂ ਵਾਹਿਗੁਰੂ ਮੰਤਰ ਦਾ ਜਾਪ ਕੀਤਾ ਤੋ ਸਭ ਆਪੋ ਆਪਣੇ ਢੰਗ ਨਾਲ ਰੱਬ ਨੂੰ ਯਾਦ ਕਰਦੇ ਐ। ਪ੍ਰੀਤਮ ਜੀ ਇਹ ਵੀ ਕਹਿੰਦੇ ਹਨ ਕਿ ਜਿਹੜੇ ਜੰਗਲਾਂ ਵਿੱਚ ਜਾਨਵਰ ਦਾਣੇ ਚੁਗਦੇ ਆ ਨਾ ਉਹ ਵੀ ਰੱਬ ਨੂੰ ਜਪਦੇ ਹਨ। ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ। ਇਸ ਕਰਕੇ ਮਾਈਆਂ ਜਿਹੜੀਆਂ ਹੁੰਦੀਆਂ ਸੀ ਸਿਆਣੀਆਂ ਬਜ਼ੁਰਗ ਮਾਈਆਂ ਪਹਿਲਾਂ ਪਰਮੇਸ਼ਰ ਨੂੰ ਯਾਦ ਕਰਦੀਆਂ ਸਨ। ਵਾਹਿਗੁਰੂ 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 ਜਪੋ। ਜਪਣਾ ਸਿਖਾ ਵੀ ਦਿੱਤਾ ਤੁਹਾਨੂੰ ਮਹਾਂਪੁਰਸ਼ਾਂ ਨੇ, ਤੇ ਫਿਰ ਹੁਣ ਕਿਉਂ ਨਹੀਂ ਜਪਦੇ? ਵਾਹਿਗੁਰੂ 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 ਵਾਹਿਗੁਰੂ। ਤਾਂ ਇੱਕ ਸਵਾਲ ਪੁੱਛਿਆ ਸੀਗਾ ਕਵੀ ਜੀ ਨੇ ਕਿ ਮਹਾਰਾਜ ਕਿਰਪਾ ਕਰਕੇ ਦੱਸੋ ਕਿ ਮਾਈਆਂ ਆਟਾ ਅੱਗੋਂ ਤੋੜ ਕੇ ਪਿੱਛੇ ਕਿਉਂ ਲਾਉਂਦੀਆਂ? ਤੇ ਪਾਤਸ਼ਾਹ ਕਹਿੰਦੇ ਉਹ ਪਰਮੇਸ਼ਰ ਦੀ ਨਿਸ਼ਾਨੀ ਹੈ ਕਿ ਅਸੀਂ ਪਹਿਲਾ ਰੋਟੀ ਪਹਿਲਾ ਪੇੜਾ ਪਰਮੇਸ਼ਰ ਦੇ ਨਾਮ ਦਾ ਕੱਢਿਆ। ਕੋ ਸਤਨਾਮ। ਤੇ ਬਾਅਦ ਵਿੱਚੋਂ ਰੋਟੀ ਪਕਾ ਕਰਕੇ ਕਿਸੇ ਗਊ ਨੂੰ ਜਾਂ ਕੁੱਤੇ ਨੂੰ ਜਾਨਵਰ ਨੂੰ ਪਰਮੇਸ਼ਰ ਦੇ ਨਾਮ ਦੀ ਪਾਇਆ ਕਰਦੇ ਸਨ। ਗਣਪਤ ਆਦ ਮਨਾਈਐ ਆਦ ਤਵਣ ਕੀ ਕਾਨ। ਹਾਂ, ਗਣਪਤੀ ਕਹਿੰਦੀ ਆ ਗਣੇਸ਼ ਨੂੰ। ਹਿੰਦੂ ਮਤ ਵਿੱਚ ਪਹਿਲਾਂ ਗਣੇਸ਼ ਨੂੰ ਸਿਮਰਿਆ ਜਾਂਦਾ ਹੈ। ਗੁਰਮਤਿ ਅਨੁਸਾਰ ਇਹਨਾਂ ਸਾਰਿਆਂ ਤੋਂ ਵੱਡਾ ਵਾਹਿਗੁਰੂ ਹੈ, ਕਿਉਂਕਿ 10ਵੇਂ ਪਾਤਸ਼ਾਹ ਜੀ ਦੇ ਬਚਨਾਂ ਚੋਂ ਪਤਾ ਲੱਗਿਆ, ਮੈਂ ਨਾ ਗਣੇਸ਼ਾ ਪ੍ਰਿਥਮ ਮਨਾਉ, ਕਿਸ਼ਨ ਵਿਸ਼ਨ ਕਬਹੂ ਨ ਧਿਆਉ, ਕਾਨ ਸੁਣੈ ਪਹਿਚਾਨ ਨ 300, ਲਿਵ ਲਾਗੀ ਮੋਰੀ ਪਗ ਇਨਸਿਉ, ਮਹਾਕਾਲ ਰਖਵਾਰ ਹਮਾਰੋ, ਮਹਾਲੋਹ ਮੈਂ ਕਿੰਕਰ ਥਾਰੋ। ਇਸ ਕਰਕੇ ਗੁਰਮਤਿ ਅਨੁਸਾਰ ਅਸੀਂ ਵਾਹਿਗੁਰੂ ਕਹਿਣਾ ਹੈ। ਤੁਸੀਂ ਰੋਟੀ ਦੀ ਬੁਰਕੀ ਤੋੜ ਕੇ ਮੂੰਹ ਵਿੱਚ ਪਾਉਣ ਤੋਂ ਪਹਿਲਾਂ ਵਾਹਿਗੁਰੂ ਕਹਿ ਦਿਓਗੇ ਤਾਂ ਉਹਦਾ ਅੰਮ੍ਰਿਤ ਬਣ ਜਾਣਾ। ਕੋਈ ਸਤਨਾਮ। ਤੇ ਰੱਬ ਨੂੰ ਯਾਦ ਕਰੇ ਤੋਂ ਬਗੈਰ ਤੁਸੀਂ ਕੁਝ ਵੀ ਛਕੋਗੇ ਉਸ ਦਾ ਤੇਜ਼ਾਬ ਬਣ ਜਾਣਾ, ਜ਼ਹਿਰ ਬਣ ਜਾਣਾ। ਕੋਈ ਸਤਨਾਮ। ਇਸ ਕਰਕੇ ਕੀਤਾ ਲੋੜੀਐ ਕੰਮ ਸੋ ਹਰਿ ਭੈ ਆਖੀਐ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪਰਮੇਸ਼ਰ ਨੂੰ ਯਾਦ ਕਰਨਾ ਚਾਹੀਏ। ਤਾਂ ਜਿਸ ਤਰ੍ਹਾਂ ਹਿੰਦੂ ਮਤ ਵਿੱਚ ਗਣਪਤੀ ਗਣੇਸ਼ ਨੂੰ ਪਹਿਲਾਂ ਯਾਦ ਕਰਦੇ ਐ, ਇਸੇ ਤਰ੍ਹਾਂ ਉਹ ਮਾਈਆਂ ਪਹਿਲਾਂ ਪਰਮੇਸ਼ਰ ਨੂੰ ਯਾਦ ਕਰਕੇ ਇਧਰੋਂ ਆਟਾ ਤੋੜ ਕੇ ਇੱਕ ਪੇੜਾ ਪਿੱਛੇ ਰੱਖ ਦਿੰਦੀਆਂ ਸਨ। ਸੁੱਖਾ ਸਿੰਘ ਟੰਕਾਰ ਕੀ ਸ਼ਤਰਨ ਦਿਓ ਬੰਗਾਰ। ਤਾਂ ਕਵੀ ਸੁੱਖਾ ਸਿੰਘ ਨੂੰ ਪੁੱਛਿਆ, ਹਾਂ ਬਈ ਦੱਸ ਇਹ ਧਨੁੱਖ ਦੀ ਟਨਕਾਰ ਕਿਉਂ ਕਰਦੇ ਹਨ? ਭਾਵ ਕੱਲੀ ਤੰਦੀ ਨੂੰ ਖਿੱਚ ਕੇ ਕੰਨ ਤੱਕ ਛੱਡਣਾ, ਫਿਰ ਉਹ ਠੰਨ ਕਰਕੇ ਆਵਾਜ਼ ਕਰਦੀ ਹੈ। ਮਹਾਰਾਜ ਇਹਦਾ ਕੀ ਕਾਰਨ ਹੈ? ਐਬਦ ਵਿਦਿਆ ਜਾਸ ਕੈ ਆਵੇ ਮਮ ਟਿਕਸਾਰ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਜਿਸ ਵੇਲੇ ਉਹ ਯੋਧਾ ਆਪਣੇ ਧਨੁੱਖ ਦੀ ਟੰਕਾਰ ਕਰਦਾ ਹੈ ਤਾਂ ਉਹ ਮਾਨੋ ਇੱਕ ਜਕਾਰਾ ਛੱਡਦਾ ਹੈ। ਜਾਂ ਜੰਗ ਦੇ ਮੈਦਾਨ ਵੇਲੇ ਸਤਿਗੁਰੂ ਪਾਤਸ਼ਾਹ ਰਣਜੀਤ ਨਗਾਰਾ ਵਜਾਉਂਦੇ ਸਨ, ਤਾਂ ਉਹਦਾ ਵੀ ਮਕਸਦ ਸੀ ਕਿ ਹੈ ਕੋਈ ਸਾਡੇ ਨਾਲ ਲੜਨ ਵਾਲਾ ਤੇ ਆ ਜੇ ਭਾਈ, ਅਸੀਂ ਵੀ ਤਿਆਰ ਹਾਂ। ਕੋ ਸਤਨਾਮ। ਇਸੇ ਤਰ੍ਹਾਂ ਧਨੁੱਖ ਦੀ ਟੰਕਾਰ ਕਰਨਾ ਵੀ ਯੋਧਾ ਕਹਿੰਦਾ ਹੈ ਕੋਈ ਲੜਨਾ ਚਾਹੁੰਦਾ ਤੇ ਆ ਜਾਓ ਭਾਈ, ਅਸੀਂ ਵੀ ਤਿਆਰ ਹਾਂ। ਤਾਂ ਇਸ ਕਰਕੇ ਧਨੁੱਖ ਵਿਦਿਆ ਦੀ ਟੰਕਾਰ ਕੀਤੀ ਜਾਂਦੀ ਹੈ। ਕਲੂਆ ਤੁਰਕਨ ਰਾਜ ਜਬ ਰਹਿਓ ਭੂਮ ਪਰਛਾਈ। ਕਲੂਆ ਕਵੀ ਕਹਿੰਦਾ ਹੈ ਮਹਾਰਾਜਾ ਤੁਰਕਾਂ ਦਾ ਰਾਜ ਸੀ ਧਰਤੀ ਦੇ ਉੱਪਰ। ਝੂਠ
पार जब मंत्र फल हिंदू के छप जाए। ਕਹਿਣ ਲੱਗੇ ਉਸ ਸਮੇਂ ਇਹ ਝੂਠ ਤੰਬਾਕੂ ਨੂੰ ਜਗਤ ਝੂਠ ਕਿਹਾ ਹੈ। ਸ਼ਾਇਦ ਕੋਈ ਕਿਸੇ ਦਾ ਹੱਥ ਦਾ ਪਾਣੀ ਨਾ ਪੀਵੇ ਪਰ ਤੰਬਾਕੂ ਖਾਂਦਾ ਹੋਵੇ ਤੇ ਉਹ ਜਗਤ ਦੀ ਝੂਠ ਖਾ ਰਿਹਾ ਸਾਰੇ ਦੀ। ਕੋ ਸਤਨਾਮ ਮੇਰੇ ਪ੍ਰੀਤਮ ਜੀ ਕਹਿੰਦੇ ਉਹ ਕਲੂਆ ਨਾਮ ਦਾ ਕਵੀ ਕਹਿਣ ਲੱਗਿਆ ਤੁਰਕਾਂ ਦਾ ਜਦੋਂ ਰਾਜ ਸੀ ਮਹਾਰਾਜ ਕਹਿੰਦੇ ਉਸ ਸਮੇਂ ਝੂਠ ਪਾਨ ਤੰਬਾਕੂ ਚੱਲਿਆ ਭਾਵ ਤੁਰਕ ਹੀ ਭਾਰਤ ਵਿੱਚ ਇਹ ਤੰਬਾਕੂ ਨੂੰ ਲੈ ਕੇ ਆਏ। ਸਕਲ ਪਾਪ ਜੇ ਭੂਮ ਕੇ ਹਰ ਪੇ ਗਏ ਫਰਿਆਦ। ਔਰ ਇਹਦੇ ਖਾਧਿਆਂ ਹਿੰਦੂਆਂ ਦੇ ਵਿੱਚ ਮੰਤਰ ਜਪਣ ਦਾ ਫਲ ਮਿਟ ਜਾਂਦਾ ਹੈ। ਹੁੱਕਾ ਪੀਤਿਆਂ ਤੰਬਾਕੂ ਖਾਧਿਆਂ ਅੱਜ ਸਾਇੰਸ ਨੇ ਇਸ ਤੰਬਾਕੂ ਨੂੰ ਲੁਕੋ ਕੇ ਜਵਾਕਾਂ ਨੂੰ ਖਵਾਉਣਾ ਸ਼ੁਰੂ ਕੀਤਾ ਹੋਇਆ ਤਰ੍ਹਾਂ ਤਰ੍ਹਾਂ ਦੇ ਪੁੜੀਆਂ ਦੇ ਨਾਮ ਰੱਖ ਕੇ। ਕਹੋ ਸਤਨਾਮ। ਪੁੜੀਆਂ ਦੇ ਵਿੱਚ ਉੱਤੇ ਮਿੱਠਾ ਚੜਾ ਕੇ ਤੰਬਾਕੂ ਦੇ ਉੱਤੇ ਵੀ ਸੁਪਾਰੀ ਆਦਿ ਪਾ ਕੇ ਉਹ ਚੀਜ਼ਾਂ ਬਣਾ ਕਰਕੇ ਨਿੱਕੇ ਬੱਚਿਆਂ ਨੂੰ ਤੋਂ ਹੀ ਤੰਬਾਕੂ ਤੇ ਲਾਇਆ ਜਾਂਦਾ ਹੈ। ਅਸਲ ਦੇ ਵਿੱਚ ਗੁਰੂ ਪਿਆਰਿਓ ਕਿਸੇ ਦੀ ਭਗਤੀ ਭਾਵਨਾ ਪੂਰੀ ਨਾ ਹੋ ਜਾਵੇ, ਕੋਈ ਰੱਬ ਦੇ ਵੱਲ ਜੁੜ ਨਾ ਜਾਵੇ, ਅਣਜਾਣੇ ਵਿੱਚ ਹੀ ਇਹ ਬਹੁਤ ਵੱਡੀ ਗਲਤੀ ਕੀਤੀ ਜਾ ਰਹੀ ਹੈ। ਕੋਈ ਸਤਨਾਮ ਸੀ। ਤੇ ਜਦੋਂ ਮੇਰੇ ਪ੍ਰੀਤਮ ਜੀ ਨੇ ਗੁਰੂ ਪਿਆਰਿਓ ਸੰਸਾਰ ਦੇ ਵਿੱਚ ਖਾਲਸਾ ਪੰਥ ਸਾਜਣਾ ਸ਼ੁਰੂ ਕੀਤਾ, ਇਹ ਜਗਤ ਝੂਠ ਤੰਬਾਕੂ ਨੂੰ ਬੰਦ ਕੀਤਾ ਔਰ ਗੁਰੂ ਪਿਆਰਿਓ ਕੇਸ ਕਟਾਉਣੇ ਬੰਦ ਕੀਤੇ ਤੇ ਉਸ ਵੇਲੇ ਹੀ ਫਿਰ ਹਿੰਦੂ ਮਤ ਵਿੱਚ ਇੱਕ ਸਿਸਟਮ ਚੱਲਿਆ ਬਈ ਜੇ ਕਿਸੇ ਦਾ ਕੋਈ ਬੁੜਾ ਮਰ ਜਾਵੇ ਉਹ ਫੁੱਲ ਪਾਉਣ ਆਉਂਦਾ ਹੈ, ਉਹਨਾਂ ਦੇ ਬੁੜੇ ਦੀ ਤਾਂ ਉਧਾਰ ਹੋਵੇਗਾ ਜੇ ਉਹ ਆਪਣੇ ਕੇਸ ਘੋਣ ਕਰਾਵੇਗਾ। ਕੱਦੂ ਸ਼ੇਪ ਭਾਵ ਉਸਤਰੇ ਦੇ ਨਾਲ ਆਪਣੇ ਸਾਰੇ ਕੇਸ ਕਟਾਵੇਗਾ। ਅੱਜ ਵੀ ਹਿੰਦੂ ਲੋਕ ਗੰਗਾ ਤੇ ਜਾ ਕੇ ਜਦੋਂ ਬਜ਼ੁਰਗ ਦੇ ਫੁੱਲ ਪਾਉਣ ਜਾਂਦੇ ਆ, ਜਿਹੜੇ ਸਕੇ ਪੁੱਤਰ ਹੁੰਦੇ ਆ ਉਹ ਬਿਲਕੁਲ ਗੁਰੂ ਪਿਆਰਿਓ ਜਿਹੜੀ ਹੈ ਭਾਵੇਂ ਮਾੜੀਆਂ ਮੋਤੀਆਂ ਬੋਦੀਆਂ ਹੁੰਦੀਆਂ ਉਹਨਾਂ ਨੂੰ ਵੀ ਕਟਾ ਕੇ ਆਉਂਦੇ ਆ। ਮਕਸਦ ਦੇ ਪਿੱਛੇ ਬੜਾ ਲੁਕਿਆ ਹੋਇਆ ਹੈ ਕਿ ਨਾ ਕੋਈ ਕੇਸ ਰੱਖੇਗਾ ਨਾ ਕੋਈ ਸਿੰਘ ਸਜੇਗਾ। ਕੋਈ ਸਤਨਾਮ ਨਾ ਕੋਈ ਇਸ ਰਸਤੇ ਜਾਵੇਗਾ। ਜਿਸ ਵੇਲੇ ਭਗਤ ਰਵਿਦਾਸ ਜੀ ਦੁਨੀਆ ਵਿੱਚ ਸਨ, ਭਗਤ ਰਵਿਦਾਸ ਜੀ ਦਾ ਬਚਨ ਬੇਗਮਪੁਰਾ ਸ਼ਹਿਰ ਕੋ ਨਾਓ ਦੁਖ ਅੰਦੋ ਨਹੀਂ ਤੇ ਠਾਓ, ਨਾ ਤਸਬੀਸ ਖਰਾਜ ਨ ਮਾਲ ਖੌਫ ਨ ਖਤਾ ਨ ਤਰਸ ਜਵਾਲ। ਐਸਾ ਮੈਂ ਦੇਸ਼ ਚਾਹੁੰਦਾ ਹਾਂ। ਮਤਲਬ ਉਦੋਂ ਵੀ ਰਾਜਨੀਤੀ ਦੇ ਨਾਲ ਇਹਨਾਂ ਭਗਤਾਂ ਦੀ ਲੜਾਈ ਰਹੀ ਆ। ਰਾਜਨੀਤੀ ਨੇ ਦੇਸ਼ ਨੂੰ ਦੁੱਖ ਦੇਣੇ ਸ਼ੁਰੂ ਕੀਤੇ, ਲੇਕਿਨ ਗੁਰੂ ਤੇ ਭਗਤ ਚਾਹੁੰਦੇ ਸਨ ਕਿ ਸਾਰੀ ਦੁਨੀਆ ਸੁਖੀ ਵਸੇ। ਬੇਗਮਪੁਰਾ ਇਹ ਸੰਸਾਰ ਜਿਹੜਾ ਹੈ ਜਿੱਥੇ ਕੋਈ ਗਮ ਨਾ ਹੋਵੇ, ਮੈਂ ਚਾਹੁੰਦਾ ਇਹੋ ਜਿਹਾ ਦੇਸ਼। ਬੇਗਮਪੁਰਾ ਸੱਚਖੰਡ ਦਾ ਨਾਮ ਵੀ ਹੈ। ਸੱਚਖੰਡ ਦਾ ਦੂਸਰਾ ਨਾਮ ਗੁਰੂ ਸਾਹਿਬ ਮੁਤਾਬਕ ਆਨੰਦਪੁਰਾ ਵੀ ਹੈ। ਸੱਚਖੰਡ ਦਾ ਨਾਮ ਖਾਲਿਸਤਾਨ ਵੀ ਹੈ, ਜਿੱਥੇ ਗੁਰੂ ਪਿਆਰੋ ਕੇਵਲ ਤੇ ਕੇਵਲ ਖਾਲਸ ਭਾਵ ਪਵਿੱਤਰਤਾ ਹੈ। ਕੋ ਸਤਨਾਮ। ਹੁਣ ਰਵਿਦਾਸ ਜੀ ਦੀ ਗੱਲ ਕਰੀਏ। ਜਿਸ ਵੇਲੇ ਰਵਿਦਾਸ ਜੀ ਦੁਨੀਆ ਵਿੱਚ ਆਏ, ਤੁਸੀਂ ਇਤਿਹਾਸ ਪੜ੍ਹ ਲਓ ਗੁਰੂਆਂ ਦੇ, ਕਵੀਆਂ, ਭਗਤਾਂ ਦੇ। ਇਹਨਾਂ ਭਗਤਾਂ ਨੇ ਬੜੀ ਜਦੋਜਹਿਦ ਕੀਤੀ ਉਸ ਵੇਲੇ ਅਖੌਤੀ ਧਰਮ ਦੇ ਮੁਖੀਆਂ ਨਾਲ, ਤਾਂ ਕਿ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਮਿਲੇ। ਪਰ ਉਸ ਵੇਲੇ ਬੱਚੇ ਸੰਸਾਰ ਨੂੰ ਪਾੜ ਕੇ ਪਾੜੋ ਤੇ ਰਾਜ ਕਰੋ ਵਾਲੀ ਯੁਕਤੀ ਵਰਤ ਕੇ ਆਰੀਅਨ ਲੋਕਾਂ ਨੇ ਭਾਰਤ ਵਿੱਚ ਆ ਕੇ ਕੀ ਕੀਤਾ ਬਈ ਅਸੀਂ ਤਾਂ ਬ੍ਰਾਹਮਣ ਹਾਂ, ਤੇ ਜਿਹੜਾ ਮਨ ਜਿਹਾ ਤਕੜਾ ਸੀਗਾ, ਗੁੱਸੇਖੋਰ ਸੀ, ਉਹਨੂੰ ਕਹਿੰਦਾ ਤੂੰ ਤਾਂ ਛਤਰੀ ਹੋਇਆ ਯਾਰ, ਤੂੰ ਤਾਂ ਯੋਧਾ। ਤੇ ਗੁਰੂ ਪਿਆਰੂ ਕਿਸੇ ਨੂੰ ਵਪਾਰੀ ਬਣਾਤਾ, ਤੁਸੀਂ ਬਾਹਰੋਂ ਸੌਦੇ ਲਿਆ ਕੇ ਇੱਥੇ ਵੇਚੋ। ਤੇ ਇਸੇ ਤਰ੍ਹਾਂ ਹੀ ਕੁਝ ਭੋਲਿਆਂ ਭਾਲਿਆਂ ਨੂੰ ਨੀਚ ਜਾਤ ਕਹਿ ਕੇ ਸ਼ੂਦਰ ਕਹਿ ਦਿੱਤਾ। ਹੁਣ ਸਰੋਪੇ ਦਿੱਤੇ ਜਾਂਦੇ ਆ ਗੁਰੂ ਘਰ ਦੇ ਵਿੱਚ। ਕਿਸੇ ਨੂੰ ਪਦਵੀ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਪੱਗ ਦਿੱਤੀ ਜਾਂਦੀ ਹੈ। ਗੱਦੀ ਤੇ ਪੱਗ ਦਿੱਤੀ ਜਾਂਦੀ ਹੈ ਨਾ, ਤਾਂ ਪੱਗ ਦੇਣਾ, ਸਰੋਪਾ ਦੇਣਾ ਸਤਿਕਾਰ ਦੀ ਨਿਸ਼ਾਨੀ ਸੀ। ਪਰ ਉਸ ਵੇਲੇ ਉਹ ਆਰੀਅਨ ਲੋਕ ਜਿਹੜੇ ਭਾਰਤ ਵਿੱਚ ਆ ਕੇ ਆਪਣੇ ਆਪ ਨੂੰ ਬ੍ਰਾਹਮਣ ਕਹਾਏ, ਉਹਨਾਂ ਨੇ ਗੁਰੂ ਪਿਆਰਿਓ ਸੋਚਿਆ ਕਿ ਜੇ ਇਹਨਾਂ ਸ਼ੂਦਰਾਂ ਦੇ ਸਿਰ ਤੇ ਪੱਗ ਹੋਈ ਫਿਰ ਤਾਂ ਸਾਡੇ ਤੇ ਇਹਨਾਂ ਦਾ ਕੋਈ ਫਰਕ ਹੀ ਨਾ ਹੋਇਆ। ਤਾਂ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਨੀਚ ਜਾਤੀਆਂ ਕਹਿੰਦੇ ਸੀ, ਉਹਨਾਂ ਨੂੰ ਪੱਗ ਬੰਨਣ ਦਾ ਅਧਿਕਾਰ ਉਹਨਾਂ ਤੋਂ ਖੋਹ ਲਿਆ। ਕੋਈ ਸਤਨਾਮ। ਔਰ ਤੁਸੀਂ ਬਾਣੀ ਪੜ੍ਹ ਲਓ,
इतिहास पढ़ लो। एक किताब लिखी आ मुक्तसर दे कबीर ने, ਭਾਰਤੀ ਲੋਕ ਨੀਚ ਕਿਉਂ ਬਣੇ। ਇਹਨਾਂ ਲੋਕਾਂ ਨੇ ਬਣਾਇਆ ਇਹਨਾਂ ਲੋਕਾਂ ਨੂੰ ਨੀਚ, ਭਾਰਤ ਵਾਸੀਆਂ ਨੂੰ। ਅਸੀਂ ਭਾਰਤ ਦੇ ਮਾਲਕ ਸੀ। ਉਹਨਾਂ ਆਰੀਅਨ ਲੋਕਾਂ ਨੇ ਆ ਕੇ ਇੱਥੇ ਕਬਜ਼ਾ ਕੀਤਾ ਤੇ ਇੱਥੋਂ ਦੇ ਵਾਸੀਆਂ ਨੂੰ ਸ਼ੂਦਰ ਕਿਹਾ। ਤੇ ਭਗਤ ਰਵਿਦਾਸ ਜੀ ਨੂੰ ਗੁਰੂ ਪਿਆਰਿਓ ਪੱਗ ਬੰਨਣ ਤੋਂ ਉਹਨਾਂ ਨੇ ਹੀ ਉਹਨਾਂ ਨੂੰ ਨੰਗੇ ਸਿਰ ਕੀਤਾ। ਉਹਨਾਂ ਨੇ ਜਾਣ ਕੇ ਪੱਗ ਨਹੀਂ ਲਾਹੀ। ਜੇ ਕੋਈ ਉਹਨਾਂ ਨੇ ਐਸਾ ਧਰਮ ਚਲਾਇਆ ਹੁੰਦਾ ਬਿਨਾਂ ਪੱਗ ਵਾਲਾ, ਤੇ ਫਿਰ ਜਿਤਨੇ ਰਵਿਦਾਸ ਜੀ ਦੇ ਅਸਥਾਨ ਹਨ, ਉਹਨਾਂ ਦੇ ਮੰਦਰ ਹਨ ਜਾਂ ਡੇਰੇ ਹਨ, ਫਿਰ ਉਹਨਾਂ ਦੇ ਮੁਖੀ ਅੱਜ ਪੱਗ ਬੰਨ੍ਹਦੇ ਆ। ਕਿਉਂ ਬੰਨ੍ਹਦੇ ਆ? ਕਹੋ ਸਤਿਨਾਮ। ਮਤਲਬ ਪੱਗ ਇੱਕ ਸਤਿਕਾਰ ਦੀ, ਇੱਜ਼ਤ ਦੀ ਨਿਸ਼ਾਨੀ ਸੀ, ਜਿਹੜੀ ਉਹਨਾਂ ਨੇ ਸ਼ੂਦਰ ਕਹਿ ਕੇ ਇਹਨਾਂ ਭਗਤਾਂ ਨੂੰ ਮੰਦਰਾਂ ਚੋਂ ਬਾਹਰ ਕੱਢਿਆ। ਅੰਦਰ ਨਹੀਂ ਜਾਣਦਾ, ਸ਼ੂਦਰ ਹੋ, ਨੀਚ ਹੋ, ਤੇ ਪੱਗ ਨਹੀਂ ਬੰਨ੍ਹ ਦਿੱਤੀ। ਇਸੇ ਕਰਕੇ ਭਗਤ ਜੀ ਨੇ ਇਹਨਾਂ ਲੋਕਾਂ ਦੇ ਵਾਸਤੇ ਇਹ ਵੀ ਲਿਖ ਦਿੱਤਾ, ਕਿਤੇ ਕੱਲ ਨੂੰ ਮੈਨੂੰ ਇਹ ਬ੍ਰਾਹਮਣ ਹੀ ਨਾ ਕਹਿ ਦੇਣ। ਆਪਣੇ ਸ਼ਬਦ ਵਿੱਚ ਲਿਖ ਦਿੱਤਾ, ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਮੈਂ ਚਾਹੁੰਦਾ ਇਹੋ ਜਿਹਾ ਸ਼ਹਿਰ ਹੋਵੇ, ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋ ਨਹੀਂ ਤੇ ਠਾਓ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਆ ਮੋਏ ਖੂਬ ਵਤਨ ਗਏ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਦੋਮ ਨ ਸੇਮ 100 ਆਹੀ, ਊਹਾਂ ਗਣੀ ਵਸੇ ਮਾਮੂਰ। ਉੱਥੇ ਵਸਣ ਵਾਲੇ ਸਾਰੀ ਅਮੀਰ ਹੈ, ਕਿਸੇ ਨੂੰ ਕਿਸੇ ਤੇ ਦਇਆ ਕਰਨ ਦੀ ਲੋੜ ਹੀ ਨਹੀਂ ਪੈਂਦੀ। ਐਸਾ ਮੇਰਾ ਦੇਸ਼ ਹੋਵੇ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਕਹਿ ਰਵਿਦਾਸ ਖਲਾਸ ਚਮਾਰਾ। ਮੈਂ ਐਸੇ ਦੇਸ਼ ਦਾ ਵਾਸੀ ਹੋਣਾ ਚਾਹੁੰਦਾ ਹਾਂ, ਇਹੋ ਜਿਹਾ ਦੇਸ਼ ਹੋਵੇ। ਇਸ ਕਰਕੇ ਤੁਰਕਾਂ ਨੇ ਕੀ ਕੀਤਾ, ਇੱਥੇ ਸਭ ਤੋਂ ਪਹਿਲਾਂ ਉਹ ਤਮਾਕੂ ਲਿਆਂਦਾ ਗਿਆ। ਉਹਨਾਂ ਸਮਿਆਂ ਦੀ ਮੈਂ ਕਹਾਣੀ ਸੁਣਾਵਾਂ ਇਸ ਤਮਾਕੂ ਦੇ ਪਿੱਛੇ। ਕਹਿੰਦੇ ਇੱਕ ਰਾਜਾ ਹੋਇਆ ਰਾਜਸਥਾਨ ਦੇ ਵਿੱਚ, ਅਜਮੇਰ ਦੇ ਇਲਾਕੇ ਦਾ। ਉਹ ਰਾਜੇ ਦੀ ਲੜਕੀ ਬੜੀ ਸੁੰਦਰ ਸੀ, ਤੇ ਉਥੋਂ ਦੇ ਗੁਰੂ ਪਿਆਰਿਓ, ਉਥੋਂ ਦੇ ਰਾਜੇ ਨੇ, ਮੁਸਲਮਾਨ ਰਾਜੇ ਨੇ ਉਸ ਸੁੰਦਰ ਲੜਕੀ ਨੂੰ ਲਿਜਾਣਾ ਚਾਹੇ। ਪਰ ਕਹਿੰਦੇ ਉਸ ਹਿੰਦੂ ਵੀਰ ਨੇ, ਜਿਸ ਦੀ ਉਹ ਲੜਕੀ ਸੀ, ਆਪਣੇ ਘਰ ਇੱਕ ਪੰਡਤ ਰੱਖਿਆ ਹੋਇਆ ਸੀ। ਔਰ ਪੰਡਤ ਦੇ ਵਿੱਚ ਇੰਨੀ ਤਾਕਤ ਸੀ ਭਜਨ ਬੰਦਗੀ ਦੀ ਕਿ ਜਦੋਂ ਉਹ ਸ਼ਾਮਾਂ ਨੂੰ ਮੰਤਰ ਪੜ੍ਹਦਾ ਤੇ ਉਸ ਦੇ ਘਰ ਦੇ ਦੁਆਲੇ ਕਿਲਾ ਹੋ ਜਾਂਦਾ ਸੀ। ਉਸ ਤੁਰਕ ਰਾਜੇ ਨੇ, ਮੁਸਲਮਾਨ ਰਾਜੇ ਨੇ ਕੋਸ਼ਿਸ਼ ਕੀਤੀ, ਬਈ ਮੈਂ ਰਾਤ ਬਰਾਤੇ ਇਹਨਾਂ ਦੇ ਘਰੇ ਡਾਕਾ ਮਾਰਾਂ, ਪਰ ਰਾਤ ਨੂੰ ਆਉਂਦਾ ਤੇ ਕੰਧ ਹੁੰਦੀ, ਦਿਨੇ ਵੇਖਦਾ ਉੱਥੇ ਕੋਈ ਕੰਧ ਨਾ ਹੁੰਦੀ। ਤੇ ਇਸ ਨੇ ਕਹਿੰਦੇ ਪੁੱਛਿਆ ਕਿਸੇ ਕੋਲੋਂ, ਕਹਿੰਦੇ ਵੀ ਇਹਨਾਂ ਦੇ ਘਰ ਨਾ ਇੱਕ ਬ੍ਰਾਹਮਣ ਆਉਂਦਾ ਹੈ, ਉਹ ਮੰਤਰ ਪੜ੍ਹਦਾ ਕੋਈ ਤੇ ਇਹਨਾਂ ਦੀ ਰਕਸ਼ਾ ਹੋ ਜਾਂਦੀ ਹੈ, ਜਿਵੇਂ ਸਾਨੂੰ ਵੀ ਸੋਹਲਾ ਸਾਹਿਬ ਦੇ ਪਾਠ ਦਾ ਹੁਕਮ ਦਿੱਤਾ ਪਾਤਸ਼ਾਹ ਜੀ ਨੇ। ਕਹਿੰਦੇ ਉਹ ਕਿਹੜਾ ਪੜ੍ਹਦਾ, ਪਹਿਲਾਂ ਉਹਦੇ ਮੰਤਰਾਂ ਨੂੰ ਖਤਮ ਕਰੀਏ। ਜਿਵੇਂ ਇੱਥੇ ਪਾਤਸ਼ਾਹ ਲਿਖਦੇ ਨੇ ਕਿ ਤਮਾਕੂ ਪੀਣ ਵਾਲੇ ਦੇ ਜੰਤਰ ਮੰਤਰ ਦੀ ਪਾਵਰ ਖਤਮ ਹੋ ਜਾਂਦੀ ਆ। ਕੋਈ ਸਤਿਨਾਮ। ਤਾਂ ਹੁਣ ਇਹਨਾਂ ਨੇ ਕੀ ਕੀਤਾ, ਇਹਨਾਂ ਦੇ ਮੰਤਰਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਲੋਕਾਂ ਨੇ ਤਮਾਕੂ ਲਿਆਂਦਾ। ਹੁੱਕਾ ਉਹ ਤਾਂ ਪੀਂਦੇ ਹੀ ਸਨ, ਵਿਚਾਰੇ ਹੁੱਕਾ ਰੱਖ ਕੇ ਫਿਰ ਘੁੰਮਦਾ, ਉਹ ਗੁੜ ਗੁੜ ਕਰਦੇ, ਸਾਰੇ ਗੱਲਾਂ ਬਾਤਾਂ ਕਰਦੇ। ਕਹਿੰਦੇ ਵੀ ਇਦਾਂ ਕਰੀਏ, ਆਪਾਂ ਇਸ ਪੰਡਤ ਨੂੰ ਹੁੱਕਾ ਪਿਆਈਏ, ਤਮਾਕੂ ਪਿਆਈਏ, ਇਹਦੀ ਸ਼ਕਤੀ ਖਤਮ ਹੋ ਜਾਊਗੀ। ਕਹਿੰਦੇ ਉਹਨਾਂ ਨੇ ਇੱਕ ਦਿਨ ਪੰਡਤੀ ਨੂੰ ਸੱਦਿਆ, ਪਰ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਹੁੱਕਾ ਤਿਆਰ ਕਰਾਇਆ, ਜਿਹ ਥੱਲੇ ਪਾਣੀ ਵਾਸਤੇ ਗੜਬਾ ਹੁੰਦਾ ਪਿੱਤਲ ਦਾ। ਇਹਨਾਂ ਨੇ ਉਹ ਗੜਬਾ ਸੋਨੇ ਦਾ ਤਿਆਰ ਕਰਵਾ ਲਿਆ। ਕੋਈ ਸਤਿਨਾਮ। ਉਹ ਸੋਨੇ ਦਾ ਗੜਵਾ ਤਿਆਰ ਕਰਵਾ ਕੇ ਉਹ ਹੁੱਕਾ ਤਿਆਰ ਕੀਤਾ ਔਰ ਸੱਦਿਆ। ਉਸ ਪੰਡਤ ਨੂੰ ਨਿਉਂਦਾ ਦਿੱਤਾ, ਪਾਂਡੇ ਜੀ ਆਪਣੇ ਘਰੇ ਖੁਸ਼ੀ ਆਈ ਆ ਤੇ ਤੁਸੀਂ ਵੀ ਆਓ। ਤੇ ਉਹ ਚਲਿਆ ਗਿਆ, ਵਿੱਚ ਬਹਿ ਗਿਆ। ਉਹਨਾਂ ਦੇ ਵਿਚਾਲੇ ਹੁੱਕਾ ਰੱਖ ਲਿਆ, ਗੁੜ ਗੁੜ ਕੀਤੀ। ਪਹਿਲਾਂ ਉਹਨਾਂ ਸਾਰੇ ਮੁਸਲਮਾਨਾਂ ਨੇ ਕਹਿੰਦੇ ਉਹ ਪੀਤਾ ਹੁੱਕਾ। ਘੁੰਮਦੀ ਘੁੰਮਦੀ ਪੈਪ ਜਦ ਪੰਡਤ ਦੇ ਕੋਲ ਆਈ, ਕਹਿੰਦੇ ਲਓ ਜੀ ਨਜ਼ਾਰਾ। ਕਹਿੰਦੇ ਨਾ ਜੀ, ਅੱਜ ਤੱਕ ਕਦੇ ਪੀਤਾ ਨਹੀਂ। ਕਹਿੰਦੇ ਮਹਾਰਾਜ ਪੀ ਕੇ ਦਾ ਵੇਖੋ, ਸਮਾਧੀਆਂ ਲੱਗ ਜਾਂਦੀਆਂ ਇਹਦੇ ਨਾਲ। ਕਹੋ ਸਤਿਨਾਮ। ਉਹਨੇ ਇੱਕ ਦੋ ਵਾਰੀ ਕਿਹਾ ਨਹੀਂ ਜੀ ਨਹੀਂ। ਉਹ ਮਹਾਰਾਜ ਪੀ ਕੇ ਦੇਖੋ, ਇਹ ਹੁੱਕਾ ਵੀ ਤੁਹਾਨੂੰ ਦੇ ਦਿਆਂਗੇ, 2-4 ਕਿਲੋ ਬੂਟੀ ਵੀ ਦੇ ਦਿਆਂਗੇ। ਕਹੋ ਸਤਿਨਾਮ। ਹੁਣ ਹੁੱਕਾ ਸਾਹਮਣੇ ਸੋਨੇ ਦਾ ਗੜਵਾ ਘੜੇ ਜਿੱਡਾ ਰੱਖਿਆ ਥੱਲੇ, ਤੇ ਲਾਲਚ ਵਿੱਚ ਆ ਗਿਆ। ਉਹਨੇ ਪੀਤਾ ਤੇ ਉਹਨੂੰ 2-4 ਕਿਲੋ ਉਹ ਬੂਟੀ ਭਾਵ ਤਮਾਕੂ ਵੀ ਦੇਤਾ ਤੇ ਹੁੱਕਾ ਵੀ ਦੇਤਾ। ਘਰੇ ਜਾ ਕੇ ਪੀਤਾ ਤੇ ਜਦੋਂ ਆ ਕੇ ਉਸਨੇ ਮੰਤਰ ਪੜ੍ਹੇ ਤੇ ਉਸ ਦਿਨ ਉਸ ਦੇ ਘਰ ਦੀ ਸੁਰੱਖਿਆ ਨਹੀਂ ਹੋ ਸਕੀ। ਕੋ ਸਤਨਾਮ। ਹੁਕਮ ਹੋ ਗਿਆ।
ਇਸ ਕਰਕੇ ਗੁਰੂ ਪਿਆਰਿਓ ਤਮਾਕੂ ਸਿੱਖ ਨੂੰ ਸਭ ਤੋਂ ਪਹਿਲਾਂ ਸਤਿਗੁਰ ਨੇ ਬੰਦ ਕੀਤਾ ਹੈ ਔਰ ਇਸ ਨੂੰ ਵਜਰ ਕ੍ਰੈਤ ਵਿੱਚ ਲਿਖਿਆ ਗਿਆ। ਜਿਹੜਾ ਸਿੱਖ ਤਮਾਕੂ ਨੂੰ ਹੱਥ ਲਾਉਂਦਾ ਹੈ ਉਹ ਮੇਰਾ ਸਿੱਖ ਨਹੀਂ, ਇਹ ਉਹਦੇ ਵਾਸਤੇ ਵਜਰ ਕ੍ਰੈਤ ਹੋਵੇਗੀ। ਝੂਠ ਪਾਣ जब मंत्र फल हिंदू के छप जाए। ਇਹ ਜਗਤ ਝੂਠ ਤਮਾਕੂ ਨੂੰ ਖਾਧਿਆਂ ਹੋਇਆ ਜਿਹੜਾ ਵੀ ਖਾਂਦਾ ਕੇਵਲ ਹਿੰਦੂ ਦੇ ਨਹੀਂ, ਸਾਰਿਆਂ ਦੇ ਹੀ। ਜਿਹੜਾ ਵੀ ਇਸ ਨੂੰ ਵਰਤਦਾ ਹੈ ਉਹਦੀ ਭਜਨ ਬੰਦਗੀ ਦੀ ਪਾਵਰ, ਜਪ ਤਪ ਦੀ ਪਾਵਰ ਖਤਮ ਹੋ ਜਾਂਦੀ ਹੈ। ਸਕਲ ਪਾਪ ਜੇ ਭੂਮ ਕੇ ਹਰ ਪੈ ਗਏ ਫਰਿਆਦ। ਕਹਿੰਦੇ ਇੱਕ ਵਾਰੀ ਧਰਤੀ ਤੇ ਜਿੰਨੇ ਪਾਪ ਹੁੰਦੇ ਹਨ, ਕਹਿਣ ਲੱਗੇ ਇਹ ਸਾਰੇ ਪਾਪ ਹਰੀ ਦੇ ਕੋਲ ਗਏ ਕਿ ਮਹਾਰਾਜ ਸਾਨੂੰ ਮਾਰਨ ਵਾਸਤੇ ਧਰਤੀ ਦੇ ਉੱਤੇ ਕਨ ਮੈਂ ਤੁਮਰੀ ਮੈਂ ਹਨਨਾ ਹਰ ਕੈ ਸ਼ਤਰੂ ਕਥਵਾਦ। ਔਰ ਸਾਡੇ ਦੁਸ਼ਮਣ ਪਾਪ ਕਹਿੰਦੇ ਸਾਡੇ ਦੁਸ਼ਮਣ ਸਾਨੂੰ ਖਤਮ ਕਰਨ ਵਾਸਤੇ ਤੁਹਾਡੇ ਜਿਹੜੇ ਕਥਾਵਾਚਕ ਹਨ ਉਹ ਕਥਾ ਕਰਦੇ ਹਨ। ਨਾਨਕ ਜਾ ਤੁਮ ਦਿਆਲ ਹੋਏ ਸਕਲ ਦੁੱਖ ਮਿਟ ਜਾਏ। ਤੇ ਮਹਾਰਾਜ ਸਾਨੂੰ ਬਚਾਓ, ਦਵਾਸ਼ੀ ਦਿਨ ਮੇਰੀ ਕਥਾ ਸੁਣਨੀ ਬਿਰਥਾ ਹੋਵੇਗੀ। ਇਸ ਕਰਕੇ ਬਾਰਸ ਵਾਲੇ ਦਿਨ ਕਥਾ ਨਹੀਂ ਕਰਦੇ, ਬ੍ਰਾਹਮਣਾਂ ਦੇ ਵਿੱਚ ਮਤ ਹੈ। ਸਾਡੇ ਤਾਂ ਸਦਾ ਦੀਵਾਲੀ ਸਾਲ ਕੀ ਆਠੋਂ ਪਹਿਰ ਆਨੰਦ ਹੈ, ਪਰ ਇਹ ਹਿੰਦੂ ਮਤ ਦੀਆਂ ਕੁਝ ਗੱਲਾਂ ਇੱਥੇ ਲਿਖੀਆਂ ਗਈਆਂ ਜੋ ਚੱਲਦੀਆਂ ਸਨ, ਚਲੰਤ ਸਨ। ਉਹਨਾਂ ਕਵੀਆਂ ਨੇ ਸਵਾਲ ਕੀਤੇ, ਕਹਿੰਦੇ ਉਹਨਾਂ ਪਾਪਾ ਨੇ ਕਿਹਾ ਜੀ ਸਾਨੂੰ ਤਾਂ ਫਿਰ ਮਾਰ ਦਿੰਦੇ ਆ ਇਹ ਕਥਾ ਸੁਣਾ ਕੇ, ਅਸੀਂ ਕੀ ਕਰੀਏ? ਕਹਿੰਦੇ ਕੋਈ ਗੱਲ ਨਹੀਂ, ਜਿਹੜੇ ਬਾਰਸ ਵਾਲੇ ਕਥਾ ਕਰਨਗੇ ਉਹਨਾਂ ਦਾ ਅਸਰ ਨਹੀਂ ਹੋਵੇਗਾ। ਸ਼ੰਕਰ ਬਿਦਰ ਦਾਰਦ ਵਿਪਰ ਅਜਮਲ ਕੁਬਜ ਪਿਲਾਏ। ਪਰ ਹੇ ਗੁਰੂ ਨਾਨਕ ਦੇਵ ਜੀ, ਤੁਸੀਂ ਦਿਆਲ ਹੋ ਜਾਂਦੇ ਹੋ ਤਾਂ ਸਾਡੇ ਦੂਸ਼ਣ ਮਿਟ ਜਾਂਦੇ ਹਨ। ਜਿਸ ਤਰ੍ਹਾਂ ਸ਼ੰਕਰ ਬਿਦਰ ਦਲਿਦਰੀ ਬ੍ਰਾਹਮਣ ਸੁਦਾਮਾ ਅਜਾਮਲ ਕੁਬਜਾ ਭੀਲਣੀ ਇਹਨਾਂ ਸਾਰਿਆਂ ਦੇ ਜਿਹੜੇ ਕੰਗਾਲੀ ਦੇ ਜਾਂ ਹੋਰ ਦੋਖ ਸਨ। ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕੁਬਜਾ ਦੀ ਕ੍ਰਿਸ਼ਨ ਜੀ ਦੇ ਵੇਲੇ ਹੋਈ। ਇਹ ਕੁਬਜਾ ਰੋਜ਼ਾਨਾ ਕੰਸ ਦੇ ਮਾਲਾ ਪਾਉਣ ਜਾਂਦੀ ਹੈ ਤੇ ਤਿਲਕ ਲਾਉਂਦੀ ਹੈ ਮੱਥੇ ਵਿੱਚ। ਇੱਕ ਦਿਨ ਜਾਂਦਿਆਂ ਇਹਦੇ ਰਸਤੇ ਦੇ ਵਿੱਚ ਕਹਿੰਦੇ ਕ੍ਰਿਸ਼ਨ ਜੀ ਟੱਕਰ ਗਏ ਤੇ ਇਹਦੇ ਮਨ ਵਿੱਚ ਖਿਆਲ ਆਇਆ, ਫੁਰਨਾ ਬਣਿਆ, ਅੱਜ ਮੈਂ ਕਿਉਂ ਨਾ ਕ੍ਰਿਸ਼ਨ ਜੀ ਦੇ ਟਿੱਕਾ ਲਾ ਦਿਆਂ। ਤੇ ਜਦੋਂ ਹੀ ਇਸ ਨੇ ਕਹਿੰਦੇ ਟਿੱਕਾ ਲਾਉਣ ਵਾਸਤੇ ਗੁੱਠਾ ਕੀਤਾ, ਇਹਦਾ ਗੁੱਠਾ ਮੱਥੇ ਤੇ ਪਹੁੰਚਿਆ ਨਾ ਤੇ ਉਹਨਾਂ ਨੇ ਪੈਰ ਤੇ ਪੈਰ ਧਰ ਕੇ ਗੁੱਠਾ ਫੜ ਕੇ ਖਿੱਚ ਕੇ ਮੱਥੇ ਤੇ ਲਾਇਆ ਤੇ ਉਹਦਾ ਕੁੱਬ ਵੀ ਨਿਕਲ ਗਿਆ। ਕੋ ਸਤਨਾਮ। ਇਸੇ ਤਰ੍ਹਾਂ ਭੀਲਨੀ ਨੇ ਪਰਮੇਸ਼ਰ ਦੀ ਕਿਰਪਾ ਸਦਕਾ ਸੰਸਾਰ ਦੇ ਵੀ ਸਤਿਕਾਰ ਪ੍ਰਾਪਤ ਕੀਤਾ ਉਹਨਾਂ ਰਿਸ਼ੀਆਂ ਮੁਨੀਆਂ ਵਿੱਚ ਜਿਹੜੇ ਇਹਨਾਂ ਲੜਦੇ ਸੀਗੇ। ਇਹ ਜੰਗਲਾਂ ਵਿੱਚ ਰਹਿੰਦੀ ਸੀ। ਇਸੇ ਤਰ੍ਹਾਂ ਹੀ ਬਿਦਰ ਨੂੰ ਸਤਿਕਾਰ ਮਿਲਿਆ, ਭਾਈ ਲਾਲੋ ਨੂੰ ਸਤਿਕਾਰ ਮਿਲਿਆ ਜੋ ਗਰੀਬੀ ਦੇ ਵਿੱਚ ਰਹਿੰਦਾ ਸੀ। ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਕਹਿੰਦੇ ਹਨ, ਚੁੱਪ ਹੋਏ ਸਭ ਗੁਰ ਕਹੇ ਲੜਕੇ ਗੁਰ ਬਖਸ਼ ਸਿੰਘ। ਜਦੋਂ ਸਾਰੇ ਇਹ ਵਿਚਾਰਾਂ ਸੁਣ ਕਰਕੇ ਗੁਰੂ ਪਿਆਰਿਓ ਗੱਲਬਾਤ ਪੂਰੀ ਹੋਈ, ਚੁੱਪ ਹੋ ਗਏ ਤੇ ਉਸ ਵੇਲੇ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜਿਹੜੇ ਕਿ ਸਾਨੂੰ ਇਹ ਕਥਾ ਸੁਣਾ ਰਹੇ ਹਨ। ਤੂੰ ਕਿਉਂ ਬੋਲਤ ਨਹਿ ਬੇ ਕਹਿਨ ਹੋਗ ਮਮ ਸਿੰਘ। ਔਰ ਕਹਿਣ ਲੱਗੇ ਗੁਰਬਖਸ਼ ਸਿਆ ਤੂੰ ਕਿਉਂ ਨਹੀਂ ਬੋਲਦਾ, ਤੂੰ ਮੇਰਾ ਸਿੱਖ ਹੈ। ਤਬ ਮੈਂ ਬੋਲਿਓ ਸਮਝ ਕੇ ਮਨ ਪਰਚਾ ਤੁਮ ਚਰਨ। ਤਾਂ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਕਹਿਣ ਲੱਗੇ ਮਹਾਰਾਜ ਮੇਰਾ ਤਾਂ ਮਨ ਜਿਹੜਾ ਹੈ ਤੁਹਾਡੇ ਚਰਨਾਂ ਨਾਲ ਹੀ ਜੁੜਿਆ ਹੋਇਆ ਹੈ। ਜਾਣਤੇ ਕੇ ਕਿਆ ਬਸ ਸਹੀ ਕਰਤਾ ਤੁਮਰੀ ਸ਼ਰਨ। ਮਹਾਰਾਜ ਇਹ ਜੰਤੀ ਭਾਵ ਜੀਵ, ਜੰਤ ਬਾਜੇ ਨੂੰ ਕਹਿੰਦੇ ਐ ਤੇ ਬਾਜੇ ਦੀ ਜਿਹੜੀ ਸੁਰ ਕੋਈ ਰਾਗੀ ਨੱਪਦਾ ਉਹੀ ਆਵਾਜ਼ ਨਿਕਲਦੀ ਆ। ਭਾਈ ਗੁਰਬਖਸ਼ ਸਿੰਘ ਜੀ ਕਹਿਣ ਲੱਗੇ ਜੀ ਠੀਕ ਹੈ, ਕਵੀਆਂ ਨੇ ਆਪੋ ਆਪਣੇ ਗਿਆਨ ਦੇ ਮੁਤਾਬਕ ਆਪ ਜੀ ਨੂੰ ਵਿਚਾਰਾਂ ਦਸੀਆਂ, ਪਰ ਮੈਂ ਤਾਂ ਕਹਿਣਾ ਸਭ ਤੁਹਾਡੇ ਹੱਥ ਵਿੱਚ ਹੈ। ਇਹ ਜੰਤੀ ਦੇ ਕੀ ਵਸ ਹੈ, ਜਿਵੇਂ ਤੁਸੀਂ ਚਾਹੋਗੇ ਕਰਤਾ ਤੁਸੀਂ ਹੋ, ਤੁਹਾਡੀ ਸ਼ਰਨ ਕਿਉਂ ਨਾ ਲੈ ਲਈਏ। ਐਸੀ ਹੀ ਕਥਾ 10ਵੇਂ ਪਾਤਸ਼ਾਹ ਜੀ ਦੀ। ਇੱਕ ਦਿਨ ਕੀ ਹੋਇਆ, ਕਹਿਣ ਲੱਗੇ ਆਲਮ ਸਿਆ ਇੱਕ ਪਾਣੀ ਦੀ ਬਾਲਟੀ ਭਰ ਕੇ ਲਿਆਓ ਤੇ ਲਿਆ ਕਰਕੇ ਸਾਈਡ ਤੇ ਰੱਖ ਦਿੱਤੀ ਪਾਣੀ ਦੀ ਬਾਲਟੀ।
उस वेले सतगुरां ने अपने कोलों एक चिट्टे रंग का पत्थर चक्या, कहने लगी सिखो आ की चीज़ है। कहने जी ये पत्थर आ। ते पातशाह ने हाथे रखे आ, बाल्टी विच कर दिता। कहने जे पत्थर है तो फिर डुबदा क्यों नहीं ये? तो कोई कुछ कहना, कोई कुछ कहना है, कोई कहना जी ये तुहाडे हथ ते रखिया होया है, कोई कहना जी तुहाडा थल्ले हथ है इस करके नहीं डुबदा। पातशाह ने हथ पिछे करिया, वो थल्ले डुब गया। हुण फिर पुछदी है पातशाह बई ये डुब क्यों गया भाई? कहन लगे महाराज पत्थर का काम ही डुबना है। होर किहनूं पुछया, कहने जी भारी सी तां डुब गया। सारियां ने आपो अपनी सलाह दिती। अखीर ते गुरु प्यारिओ फिर भाई नंद लाल नूं पुछदा, कहंदा नंद लाल तूं दस क्यों डुब गया? कहंदे महाराज ये ना डुबदा जे तुहाडे हथ नूं फड़ी रखदा, इहने तुहाडा पल्ला छड़ दिता है इस करके डुब गया। इत्थे पत्थर दी उदाहरण है, गल मनुख दी है। ते पत्थर मनुख भी तां डुबदा है जद गुरु दा लड़ छड़ दिंदा है। आठ पहर की चेष्टा बैठ समर्पियो ध्यान। अठे पहर दी साडी तां इहो ही इच्छा है कि मैं तुहाडा ध्यान रखां जी। नाथ हमारे कथ कर तुमने हमरा ज्ञान। नक नथ खसम हथ कित धक्के दे, जहां दाने तहां खाने नानका सच है। ये भाई साहब भाई राम कोयर गुरबख्श सिंह जी कहंदे महाराज साडी तां नथ साडी वागडोर तुहाडे हथ विच है और तुहाडा ज्ञान ही सारा दिता होया साडा जीवन है। सुन साहब सिंह सुन हसे तब हो कह कर जोर। भाई साहब भाई साहब सिंह ये सुन करके हस पे। सबको उत्तर आप ही कहिए संगत तोर। कहन लगे महाराज तुसी भी दसो इहदे बारे की कारण है ते सतगुरु पातशाह दे बारे की दसदे आ। विचार आपां कल दे दीवाना विच सरवण करांगे। बोलदियां नेकां अखर बाद काट हो जांदे। सिख संगतां दे सतगुरु बख्शण जोग है, बख्श लेना जी। समाप्ति करिए। हे अच्युत हे पार ब्रह्म अविनाशी अगनाश, हे पूरन हे सर्व में पंचन गुणकास। हे संगी हे निरंकार हे निर्गुण सब टेक। हे गोबिंद हे गुण निधान सदा विवेक। हे अपरंपर हर हरे हो बनहार। हे संत कै सदा संग आधार। हे ठाकुर हों दासरो निर्गुण गुण नहीं कोई। नानक दीजै नाम दान ताए प्रभ शरणागति। नित दयाल एक अखर हर मन बसत होत निहाल। एक ओंकारा सतगुरु प्रसाद सच हुए। वाहिगुरु जी की फतेह है। विनाशन सोए। वाहिगुरु जी की फतेह है। विनाशन सोए। वाहिगुरु जी का खालसा वाहिगुरु जी की फतेह। बहुत बहुत धन्यवाद।